मकानों से तख्त बदल दो, ताज बदल दो। इतिहास इस गल का गवाह आ भी सरकारां ने जद भी ਵੱਡੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਕੋਈ ਚੰਗੇ ਫੈਸਲੇ ਲਏ ਹੈਗੇ ਆ, ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਚੰਗੇ ਫੈਸਲੇ ਆ, ਉਸ ਵੇਲੇ ਦੇਸ਼ ਦਾ ਸਤਿਆਨਾਸ਼ ਹੋਇਆ। ਇਹਨਾਂ ਨੇ ਜਦੋਂ ਸਕੂਲਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦਾ ਉਪਰਾਲਾ ਸ਼ੁਰੂ ਕੀਤਾ, ਉਸ ਵੇਲੇ ਲੋਕਾਂ ਨੂੰ ਲਾਲਚ ਕਿਸ ਚੀਜ਼ ਦਾ ਦਿੱਤਾ ਸੀ? ਉਸ ਵੇਲੇ ਇਹਨਾਂ ਨੇ ਲੋਕਾਂ ਨੂੰ ਕਿਹਾ ਸੀ ਵੀ ਅਸੀਂ ਤੁਹਾਨੂੰ ਜਿਹੜੀ ਸਿੱਖਿਆ ਆ ਬਹੁਤ ਉੱਚੇ ਪੱਧਰ ਦੀ ਦੇਵਾਂਗੇ। ਔਰ ਸਰਕਾਰੀ ਜਿਹੜਾ ਤੰਤਰ ਆ, ਸਰਕਾਰੀ ਸਕੂਲ ਜਿਹੜੇ ਹੈਗੇ ਆ ਉਹ ਫੇਲ ਹੋ ਗਏ। ਪ੍ਰਾਈਵੇਟ ਸਕੂਲ ਲੁੱਟ ਮਾਫੀਆ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਉੱਥੇ ਬੱਚਿਆਂ ਨੂੰ ਪੜਾਉਣ ਵਾਸਤੇ ਸੱਦਿਆ ਨਹੀਂ ਜਾ ਰਿਹਾ। ਉੱਥੇ ਤਾਂ ਨਿਆਣੇ ਜਾਂਦੇ ਆ, ਕੌਲੀਆਂ ਚਮਚੇ ਖੜਕਾਉਂਦੇ ਆ ਤੇ ਖੜਕਾ ਕੇ ਵਾਪਸ ਆ ਜਾਂਦੇ ਆ। ਅੱਜ ਹਾਲਾਤ ਕੀ ਹੋ ਗਏ ਆ? ਅੱਜ ਪੱਠਾ ਬਹਿ ਗਿਆ। ਅੱਜ ਪ੍ਰਾਈਵੇਟ ਕੰਪਨੀਆਂ ਜਿੰਨੀਆਂ ਹੈਗੀਆਂ, ਚਾਹੇ ਉਹ ਦੇਸੀ ਤੇ ਚਾਹੇ ਵਿਦੇਸ਼ੀ, ਉਹਨਾਂ ਨੇ ਕਬਜ਼ਾ ਕਰ ਲਿਆ। ਜਿੱਦਣ ਇਹਨਾਂ ਨੇ ਬਿਜਲੀ ਪ੍ਰਾਈਵੇਟ ਕੀਤੀ ਸੀ, ਉਦਣ ਵੀ ਇਹਨਾਂ ਨੇ ਇਹ ਗੱਲ ਕਹੀ ਸੀ। ਅੱਜ ਦੇਖੋ ਤਾਂ ਜਿਹੜੇ ਤੁਹਾਡੇ ਡਿਜੀਟਲ ਮੀਟਰ ਲੱਗੇ ਹੋਏ ਆ ਨਾ, ਉਹ ਡਿਜੀਟਲ ਮੀਟਰ ਤੁਹਾਡਾ ਜਲੂਸ ਕੱਢਣ ਡਏ ਆ। ਇਹਨਾਂ ਦੀ ਜਿਹੜੀ ਇਹ ਧੱਕੇਸ਼ਾਹੀ ਆ, ਉਹਦੇ ਖਿਲਾਫ ਅਸੀਂ ਇੱਥੇ ਬੈਠੇ ਆ। ਪ੍ਰਸ਼ਾਸਨ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸਿੱਖਿਆ ਮੰਤਰੀ ਹਾਏ ਹਾਏ, ਹਾਏ ਹਾਏ, ਹਾਏ ਹਾਏ। ਜਿਹੜੇ ਜਵਾਬ ਇਹਨਾਂ ਨੇ ਸਾਨੂੰ ਦਿੱਤੇ ਆ, ਅੱਜ ਇਹ ਆਪਣੇ ਜਵਾਬਾਂ ਦੇ ਵਿੱਚ ਫਸੇ ਹੋਏ ਆ। ਸਰਕਾਰੀ ਦਫ਼ਤਰਾਂ ਦਾ ਟਾਈਮ ਜਿਹੜਾ 8 ਤੋਂ 2 ਕਰ ਦਿੱਤਾ ਬਈ 5 ਵਜੇ ਤੱਕ ਨਹੀਂ, 3 ਘੰਟੇ ਬਿਜਲੀ ਬਚਾ ਲਓ। ਮੈਂ ਕਹਿੰਦਾ 8 ਤੋਂ 2 ਵੀ ਛੱਡੋ, ਜਦ ਨਹੀਂ ਡੱਕਾ ਹੀ ਨਹੀਂ ਤੋੜਨਾ, ਜਦ ਨਹੀਂ ਕਰਨਾ ਹੀ ਕੱਖ ਨਹੀਂ, ਤਾਂ 8 ਤੋਂ 2 ਵਾਲਾ ਵੀ ਬੰਦ ਕਰ ਦਿਓ। ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਪ੍ਰਾਈਵੇਟ ਸਕੂਲ ਲੁੱਟ ਮਾਫੀਆ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਜਿਸ ਲੋਕ ਸਭਾ ਹਲਕੇ ਦਾ ਮੈਂਬਰ ਪਾਰਲੀਮੈਂਟ ਹੋਵੇ, ਉਹਨੂੰ ਚਿੰਤਾ ਹੁੰਦੀ ਆ ਮੇਰੇ ਹਲਕੇ ਦੇ ਲੋਕ ਤਰਾ ਕਰ ਰਹੇ ਵੇ ਦਰੀਆਂ ਤੇ ਬੈਠੇ ਆ ਵੀ ਮੈਂ ਜਾ ਕੇ ਪੁੱਛਾਂ। ਤੁਹਾਡੇ ਦੁੱਖ ਦੀ ਗੱਲ ਪੁੱਛਣ ਦੀ ਕੋਸ਼ਿਸ਼ ਕੀਤੀ, ਆਇਆ ਤੁਹਾਡੇ ਕੋਲ ਦੋਨਾਂ ਚੋਂ ਕੋਈ? ਪੰਜਾਬੀ ਦੀ ਇੱਕ ਕਹਾਵਤ ਆ, ਉਹ ਕਹਿੰਦੀ ਡੁੱਬੀ ਤਾਂ ਜੇ ਸਾਹ ਨਾ ਆਇਆ, ਤਦੇ ਤਾਂ ਡੁੱਬੇ ਆ। ਗੁੰਗੇ ਬੋਲੇ ਅੰਨੇ ਨਾ ਚੁਣ ਕੇ ਜਾਂਦੇ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ, ਤਾਂ ਫਿਰ ਸਾਨੂੰ ਇੱਥੇ ਦਰੀ ਤੇ ਬੈਠਣ ਦੀ ਲੋੜ ਹੀ ਨਾ ਸੀ। ਅੱਜ ਪੋਲੀਟੀਕਲ ਰਿਜ਼ਰਵੇਸ਼ਨ ਖਤਮ ਹੋ ਜਾਵੇ ਤਾਂ ਸੋਮ ਪ੍ਰਕਾਸ਼ ਨੂੰ ਕਿਸੇ ਨੇ ਨਹੀਂ ਪੁੱਛਣਾ। ਇਹ ਰਬੜ ਦੀਆਂ ਮੋਹਰਾਂ ਜਿਹੜੀਆਂ ਉਹਨਾਂ ਦੇ ਹੱਥ ਵਿੱਚ ਆਈਆਂ ਹੋਈਆਂ ਆ, ਉਹਨਾਂ ਨੂੰ ਚਾਹੀਦੇ ਗੁੰਗੇ ਬੋਲੇ ਤੇ ਅੰਨੇ ਆ। ਇੱਥੇ ਡਰਾਇੰਗ ਵਾਲਾ ਇੰਗਲਿਸ਼ ਪੜ੍ਹਾਈ ਜਾਂਦਾ, ਹਿੰਦੀ ਵਾਲਾ ਮੈਥ ਪੜ੍ਹਾਈ ਜਾਂਦਾ, ਪੰਜਾਬੀ ਵਾਲਾ ਸਾਇੰਸ ਪੜ੍ਹਾਈ ਜਾਂਦਾ, ਉੱਥੇ ਪਤਾ ਹੀ ਨਹੀਂ ਲੱਗਦਾ। ਬੱਚਾ ਸਾਡਾ 1 ਸਾਲ ਪੜ੍ਹਿਆ, ਅਗਲੀ ਕਲਾਸ ਦੇ ਵਿੱਚ ਪ੍ਰਮੋਟ ਹੋ ਗਿਆ। ਸਕੂਲ ਕਹਿੰਦਾ ਸਾਨੂੰ ਰੀਐਡਮਿਸ਼ਨ ਦਿਓ। ਅਸੀਂ ਇਹਨਾਂ ਨੂੰ ਸਵਾਲ ਕਰਦੇ ਹਾਂ ਕਿ ਬੱਚੇ ਨੇ ਕਲਾਸ ਬਦਲੀ ਆ, ਸਕੂਲ ਤਾਂ ਬਦਲਿਆ ਨਹੀਂ। ਇਹ ਕਹਿੰਦੇ ਆ ਬਿਲਡਿੰਗ ਫੰਡ ਦਿਓ, ਅਸੀਂ ਕਹਿੰਦੇ ਆ ਵੀ ਤੁਹਾਨੂੰ ਟਿਊਸ਼ਨ ਫੀਸ ਦੇ ਰਹੇ ਹਾਂ। ਬਿਲਡਿੰਗ ਬਣਾਉਣਾ ਜ਼ਿੰਮੇਵਾਰੀ ਸਕੂਲ ਦੀ ਆ, ਸਾਡਾ ਕਿਹੜਾ ਸਕੂਲ ਦੀ ਬਿਲਡਿੰਗ ਦੇ ਵਿੱਚ ਹਿੱਸਾ ਆ? 3 ਲੱਖ ਕਰੋੜ ਦਾ ਕਰਜ਼ਾ, ਜਿਹੜੀ ਪੰਜਾਬ ਦੀ ਪਾਪੂਲੇਸ਼ਨ ਆ ਉਹ ਕਿੰਨੀ ਆ ਜੀ? 3 ਕਰੋੜ, ਔਰ ਕਰਜ਼ਾ 3 ਲੱਖ ਕਰੋੜ। प्राइवेट स्कूल लुट माफिया मुर्दाबाद, मुर्दाबाद, मुर्दाबाद। निकलो बाहर मकानों से, ਕਾਂਚੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਦੇਸ਼ ਵਿਦੇਸ਼ ਦੇ ਵਿੱਚ ਬੈਠੀ ਸੰਗਤ ਨੂੰ ਮੇਰੇ ਵੱਲੋਂ ਜੈ ਗੁਰਦੇਵ, ਜੈ ਭੀਮ। ਜਿਵੇਂ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਨੇ ਕਿਹਾ ਸੀਗਾ ਕਿ ਪੜ੍ਹੋ, ਜੁੜੋ, ਸੰਘਰਸ਼ ਕਰੋ, ਇਸ ਨਾਰੇ ਦੇ ਉੱਤੇ ਕਿੰਨੇ ਕੁ ਲੋਕਾਂ ਨੇ ਪਹਿਰਾ ਦਿੱਤਾ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ। ਰਾਖਵੀਆਂ ਸੀਟਾਂ ਤੋਂ 34 ਵਿਧਾਇਕ ਜਿੱਤ ਕੇ ਜਾਂਦੇ ਨੇ, ਪਰ ਸਾਡੇ ਸਕੂਲ ਨਹੀਂ ਬਚਾ ਸਕੇ, ਸਾਡੇ ਸਰਕਾਰੀ ਹਸਪਤਾਲ ਨਹੀਂ ਬਚਾ ਸਕੇ, ਸਾਡੇ ਰੁਜ਼ਗਾਰ ਨਹੀਂ ਬਚਾ ਸਕੇ। ਬਹੁਤ ਵੱਡਾ ਅਰਲੰਬਾ ਹੈ। ਅਰਲੰਬਾ ਸਾਡੇ ਲੋਕਾਂ ਨੂੰ ਵੀ ਆ, ਕਿਉਂਕਿ ਉਹਨਾਂ ਨੇ MLA ਬਣਾ ਕੇ ਸੰਸਦ ਦੇ ਵਿੱਚ ਭੇਜ ਦਿੱਤਾ, ਵਿਧਾਨ ਸਭਾ ਦੇ ਵਿੱਚ ਭੇਜ ਦਿੱਤਾ, ਪਰ ਉਹਨਾਂ ਨੇ ਮੁੜ ਕੇ ਉਹਨਾਂ ਨੂੰ ਸਵਾਲ ਜਵਾਬ ਨਹੀਂ ਕੀਤੇ। ਤੇ ਜੇ ਸਵਾਲ ਜਵਾਬ ਕੀਤੇ ਨੇ ਕੁਝ ਲੋਕਾਂ ਨੇ, ਉਹਨਾਂ ਦੇ ਨਾਲ ਲੋਕਾਂ ਨੇ ਉਹਨਾਂ ਸਾਥ ਨਹੀਂ ਦਿੱਤਾ। ਤੇ ਇਸ ਵੇਲੇ ਅਸੀਂ ਪਹੁੰਚੇ ਹਾਂ ਫਗਵਾੜਾ SDM ਆਫਿਸ ਦੇ ਸਾਹਮਣੇ, ਧਰਨਾ ਲਾ ਕੇ ਬੈਠੇ ਨੇ। 4 ਦਿਨ ਦਾ ਧਰਨਾ ਹੈ। ਪ੍ਰਾਈਵੇਟ ਸਕੂਲਾਂ ਦੇ ਵੱਲੋਂ ਜਿਹੜੀ ਲੁੱਟ ਕੀਤੀ ਜਾਂਦੀ ਹੈ ਲੋਕਾਂ ਦੀ, ਫੀਸਾਂ ਦੇ ਨਾਮ ਤੇ, ਵੱਖ-ਵੱਖ ਹੋਰ ਤਰ੍ਹਾਂ ਦੇ ਫੰਡਸ ਦੇ ਨਾਮ ਤੇ, ਬਿਲਡਿੰਗ ਫੰਡਸ ਦੇ ਨਾਮ ਤੇ ਧਰਨਾ ਲਾ ਕੇ ਬੈਠੇ ਨੇ ਜਰਨੈਲ ਨੰਗਲ ਜੀ। ਇਸ ਤੋਂ ਪਹਿਲਾਂ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤੇ ਬਹੁਤ ਵੱਡੀ ਲੜਾਈ ਲੜ ਰਹੇ ਨੇ, ਜਿਹਦੇ ਤਹਿਤ ਅੱਜ ਹਜ਼ਾਰਾਂ ਬੱਚੇ ਜਿਹੜੇ ਆ ਉਹ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਪੜ੍ਹ ਲਿਖ ਕੇ ਨੌਕਰੀਆਂ ਪ੍ਰਾਪਤ ਕਰਕੇ ਉਹ ਸਮਾਜ ਨੂੰ ਪੇ ਬੈਕ ਟੂ ਸੋਸਾਇਟੀ ਕਰ ਰਹੇ ਨੇ, ਸਮਾਜ ਦੀ ਸੇਵਾ ਕਰ ਰਹੇ ਨੇ।
ਜੇ ਕਿਸੇ ਇਸ ਤਰ੍ਹਾਂ ਦੇ ਬਾਬਾ ਸਾਹਿਬ ਦੇ ਪਹਿਰੇ ਦੇ ਉੱਤੇ ਉਸ ਮੋਟੋ ਤੇ ਪਹਿਰਾ ਨਾ ਦੇਣ ਵਾਲੇ ਹੁੰਦੇ ਤਾਂ ਅੱਜ ਸਮਾਜ ਦੀ ਦਿੱਖ ਜਿਹੜੀ ਹੋਰ ਵੀ ਵੱਧ ਤੋਂ ਬਦਤਰ ਹੋਣੀ ਸੀਗੀ। ਸ਼ਾਬਾਸ਼ ਹੈ ਕੰਛੀ ਟੀਵੀ ਦੀ ਟੀਮ ਵੱਲੋਂ ਜਰਨੈਲ ਨੰਗਲ ਜੀ ਨੂੰ ਔਰ ਇਹਨਾਂ ਦੀ ਸਮੁੱਚੀ ਟੀਮ ਨੂੰ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰੀਏ ਅੱਜ ਕੰਛੀ ਟੀਵੀ ਦੇ ਵਿੱਚ। ਸਭ ਤੋਂ ਪਹਿਲਾਂ ਸਵਾਗਤ ਹੈ ਜੀ, ਜੈ ਗੁਰਦੇਵ ਜੈ ਭੀਮ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ। ਜੈ ਭੀਮ ਜੈ ਗੁਰਦੇਵ ਜੀ। ਕੀ ਕਹਿਣਾ ਚਾਹੋਗੇ, ਜਿਵੇਂ ਅੱਜ ਤੁਸੀਂ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਬੈਠੇ ਹੋ 4 ਦਿਨ ਦੇ ਵਾਸਤੇ, ਇਹ ਵੀ ਨਾਲ ਪਤਾ ਲੱਗਾ ਕਿ ਸੋਮਵਾਰ ਨੂੰ ਤੁਸੀਂ ਆਫਿਸ ਦਾ ਜਿਹੜਾ ਦਰਵਾਜ਼ਾ ਖੁੱਲ੍ਹਣ ਨਹੀਂ ਦੇਣਾ। ਨਾਲ ਇਹ ਵੀ ਚਰਚਾ ਥੋੜ੍ਹੀ ਕਰਾਂਗੇ, ਦਰਸ਼ਕਾਂ ਨੂੰ ਦੱਸ ਦਈਏ ਤਾਂ ਕਿ ਪਹਿਲਾਂ ਹੀ ਪਤਾ ਲੱਗ ਜੇ ਵੀ ਜਦੋਂ ਪ੍ਰਾਈਵੇਟ ਸਕੂਲ ਹੋਂਦ 'ਚ ਆਉਣ ਲੱਗੇ ਸੀ, ਪੀਲੀ ਬੱਸਾਂ ਦੇ ਲਾਲਚ ਵਿੱਚ ਲੋਕ ਕਿਉਂ ਆਏ? ਤੁਹਾਡੇ ਵਰਗੇ ਸੱਜਣ ਜਾਂ ਉਸ ਵੇਲੇ ਦੇ ਬੁੱਧੀਜੀਵੀ ਜਿਹੜੇ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਸੀਗੇ ਜਾਂ ਜਿਹੜੇ ਸਮਾਜ ਦੇ ਚਿੰਤਕ ਸੀ, ਉਹਨਾਂ ਨੇ ਜੇ ਕਿਤੇ ਪੀਲੀ ਬੱਸ ਟਾਈ ਵਾਲੀਆਂ ਜਿਹੜੀਆਂ ਉਸ ਵੇਲੇ ਸ਼ਰਟਾਂ ਆਈਆਂ ਹੋਣ ਦੇ ਵਿੱਚ ਉਦੋਂ ਜੇ ਕਿਤੇ ਜਾਗੇ ਹੁੰਦੇ, ਸ਼ਾਇਦ ਪ੍ਰਾਈਵੇਟ ਸਕੂਲ ਹੋਂਦ 'ਚ ਹੀ ਨਾ ਆਉਂਦੇ ਤੇ ਸਰਕਾਰੀ ਸਕੂਲਾਂ ਦੀ ਦਿੱਖ ਜਿਹੜੀ ਉਹ ਚੰਗੀ ਹੁੰਦੀ, ਉੱਥੇ ਅਧਿਆਪਕ ਪੂਰੇ ਹੁੰਦੇ, ਉੱਥੇ ਪੜ੍ਹਾਈ ਪੂਰੀ ਹੁੰਦੀ ਤੇ ਬਿਲਡਿੰਗਾਂ ਚੰਗੀਆਂ ਹੁੰਦੀਆਂ। ਦੇਰ ਆਏ ਦਰੁਸਤ ਆਏ, ਤੁਸੀਂ ਅੱਜ ਲੜਾਈ ਕਰ ਰਹੇ ਹੋ, ਲੰਬੇ ਸਮੇਂ ਤੋਂ ਕਰ ਰਹੇ ਹੋ, ਪਰ ਉਸ ਵੇਲੇ ਤੁਹਾਡੇ ਤੋਂ ਪਹਿਲਾਂ ਉਸ ਵੇਲੇ ਦੇ ਬੁੱਧੀਜੀਵੀ ਵਰਗ ਨੇ ਵੀ ਇੰਨਾ ਕੰਮ ਨਹੀਂ ਕੀਤਾ, ਜਾਂ ਉਸ ਵੇਲੇ ਜਿਹੜਾ ਅਧਿਆਪਕ ਵਰਗ ਸੀ, ਜਿਹੜਾ ਖਾਸ ਕਰਕੇ ਐਸਸੀ ਵਰਗ 'ਚੋਂ ਸੀ, ਖਾਸ ਕਰਕੇ ਜਿਹੜੇ 34 ਵਿਧਾਇਕ ਜਿਹੜੇ ਉਹਨਾਂ ਨੇ ਚੁੱਪੀ ਵੱਟੀ ਰੱਖੀ ਹੈ। ਤੇ ਇਹਦੇ ਤੇ ਵੀ ਆਪਾਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਇਹ ਜਿਹੜਾ ਤੁਹਾਡਾ ਅੱਜ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੀ ਜਿਹੜੀ ਲੁੱਟ ਕੀਤੀ ਜਾਂਦੀ ਹੈ ਉਹਦੇ ਖਿਲਾਫ ਜਿਹੜਾ ਧਰਨਾ ਹੈ, ਇਹਦੀ ਰੂਪਰੇਖਾ ਤੁਹਾਡੀ ਕੀ ਹੈਗੀ ਆ? ਗੁੜਾ ਸਾਹਿਬ, ਬਹੁਤ ਵੱਡਾ ਇੱਕ ਤੁਸੀਂ ਸਵਾਲ ਖੜਾ ਕੀਤਾ। ਜਿਸ ਇਤਿਹਾਸ ਨੂੰ ਤੁਸੀਂ ਫਰੋਲਣ ਦੀ ਕੋਸ਼ਿਸ਼ ਕੀਤੀ ਹੈ, ਇਹ ਇਤਿਹਾਸ ਅੱਜ ਦੇ ਨਾਲ ਵੀ ਜੁੜਿਆ ਹੋਇਆ ਹੈ। ਕਿਉਂਕਿ ਤੁਸੀਂ ਗੱਲ ਕਹੀ ਵੀ ਜਿਸ ਦਿਨ ਪ੍ਰਾਈਵੇਟ ਸਕੂਲਾਂ ਨੂੰ ਸਰਕਾਰ ਵੱਲੋਂ ਪ੍ਰਮੋਟ ਕੀਤਾ ਜਾ ਰਿਹਾ ਸੀ, ਉਦੋਂ ਲੋਕ ਕਿਉਂ ਨਹੀਂ ਬੋਲੇ? ਉਹਦਾ ਕਾਰਨ ਹੈ ਇੱਕ ਬਹੁਤ ਵੱਡਾ, ਔਰ ਸਾਨੂੰ ਇਤਿਹਾਸ ਤੋਂ ਸਬਕ ਸਿੱਖ ਲੈਣਾ ਚਾਹੀਦਾ, ਤਦ ਅਸੀਂ ਭਵਿੱਖ ਦੇ ਵਿੱਚ ਆਪਣਾ ਚੰਗਾ ਫੈਸਲਾ ਲੈ ਸਕਦੇ ਹਾਂ। ਇਤਿਹਾਸ ਇਸ ਗੱਲ ਦਾ ਗਵਾਹ ਆ ਵੀ ਸਰਕਾਰਾਂ ਨੇ ਜਦ ਵੀ ਵੱਡੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਕੋਈ ਚੰਗੇ ਫੈਸਲੇ ਲਏ ਹੈਗੇ ਆ, ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਚੰਗੇ ਫੈਸਲੇ ਆ, ਉਸ ਵੇਲੇ ਦੇਸ਼ ਦਾ ਸਤਿਆਨਾਸ਼ ਹੋਇਆ। ਇਹਨਾਂ ਨੇ ਜਦੋਂ ਸਕੂਲਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦਾ ਉਪਰਾਲਾ ਸ਼ੁਰੂ ਕੀਤਾ, ਉਸ ਵੇਲੇ ਲੋਕਾਂ ਨੂੰ ਲਾਲਚ ਕਿਸ ਚੀਜ਼ ਦਾ ਦਿੱਤਾ ਸੀ? ਉਸ ਵੇਲੇ ਇਹਨਾਂ ਨੇ ਲੋਕਾਂ ਨੂੰ ਕਿਹਾ ਸੀ ਵੀ ਅਸੀਂ ਤੁਹਾਨੂੰ ਜਿਹੜੀ ਸਿੱਖਿਆ ਆ ਬਹੁਤ ਉੱਚੇ ਪੱਧਰ ਦੀ ਦੇਵਾਂਗੇ। ਇਹਨਾਂ ਸਕੂਲਾਂ ਦੇ ਮਾਧਿਅਮ ਤੋਂ ਤੁਹਾਨੂੰ ਜਿਹੜੀ ਸਿੱਖਿਆ ਆ ਉਹ ਤੁਹਾਡੀ ਜਿਹੜੀ ਬਾਹਰਲੀਆਂ ਕੰਟਰੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਮੁਕਾਬਲੇ ਦੀ ਐਜੂਕੇਸ਼ਨ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ। ਇਸ ਲਾਲਚ ਵਿੱਚ ਲੋਕ ਫਸ ਗਏ ਔਰ ਸਰਕਾਰੀ ਜਿਹੜਾ ਤੰਤਰ ਆ, ਸਰਕਾਰੀ ਸਕੂਲ ਜਿਹੜੇ ਹੈਗੇ ਆ ਉਹ ਫੇਲ ਹੋ ਗਏ। ਸਰਕਾਰੀ ਸਕੂਲ ਫੇਲ ਹੋ ਗਏ ਔਰ ਪ੍ਰਾਈਵੇਟ ਸੈਕਟਰ ਇਹਨਾਂ ਨੇ ਮਜ਼ਬੂਤ ਕਰ ਲਿਆ। ਹੌਲੀ ਹੌਲੀ ਹਾਲਾਤ ਇਹ ਬਣ ਗਏ ਕਿ ਸਰਕਾਰੀ ਸਕੂਲਾਂ ਦੇ ਵਿੱਚ ਅੱਜ ਹਾਲਾਤ ਇਹ ਆ। ਮੈਂ ਛੋਟਾ ਹੁੰਦਾ ਪ੍ਰਾਇਮਰੀ ਸਕੂਲ ਦੇ ਵਿੱਚ, ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਿਆ। ਮੇਰੇ ਪਿੰਡ ਦੇ ਵਿੱਚ ਸਕੂਲ ਸੀ ਔਰ ਮੈਂ ਜਦੋਂ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਿਆ ਤਾਂ ਮੈਨੂੰ ਉਹ ਗੱਲ ਜਿਹੜੀ ਆ ਯਾਦ ਆਉਂਦੀ ਹੈ ਕਿ ਜਦੋਂ ਪ੍ਰਾਇਮਰੀ ਸਕੂਲ ਦੇ ਵਿੱਚ ਅਸੀਂ ਪੜ੍ਹਦੇ ਹੁੰਦੇ ਸੀ ਨਾ, ਉੱਥੇ ਇੱਕ ਬਲੈਕ ਬੋਰਡ ਬਣਿਆ ਹੋਇਆ ਹੁੰਦਾ ਸੀ। ਉਸ ਬਲੈਕ ਬੋਰਡ ਦੇ ਉੱਤੇ 6 ਦਿਨ ਹਫਤੇ ਦੇ ਜਿਹੜਾ ਸਕੂਲ ਖੁੱਲ੍ਹਣਾ, ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ, ਉਹ 6 ਦਿਨ ਦੇ ਇੱਕ ਕਾਲਮ ਬਣਿਆ ਹੁੰਦਾ ਸੀ। ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ ਤੇ ਸ਼ਨੀਵਾਰ। ਉਹਦੇ ਅੱਗੇ ਇੱਕ ਕਾਲਮ ਬਣਿਆ ਹੁੰਦਾ ਸੀ, ਉਹਦੇ ਉੱਤੇ ਲਿਖਿਆ ਹੁੰਦਾ ਸੀ ਵੀ ਸੋਮਵਾਰ ਨੂੰ ਇਸ ਸਬਜੈਕਟ ਦਾ ਟੈਸਟ ਆ, ਮੰਗਲਵਾਰ ਨੂੰ ਇਸ ਸਬਜੈਕਟ ਦਾ ਟੈਸਟ ਆ, ਬੁੱਧਵਾਰ ਨੂੰ ਇਸ ਸਬਜੈਕਟ ਦਾ ਆ, ਵੀਰਵਾਰ ਨੂੰ ਇਸ ਸਬਜੈਕਟ ਦਾ ਆ, ਸ਼ੁੱਕਰਵਾਰ ਨੂੰ ਇਸ ਦਾ ਆ ਤੇ ਸ਼ਨੀਵਾਰ ਨੂੰ ਇਸ ਦਾ। ਅੱਜ ਤਕਰੀਬਨ ਇਹ ਗੱਲ ਜਿਹੜੀ ਆ 30 ਸਾਲ ਬਾਅਦ ਆਪਾਂ ਲੈ ਕੇ ਆ ਗਏ ਆ। ਜੇ 30 ਸਾਲ ਬਾਅਦ ਅੱਜ ਦੇਖੀਏ, ਸਕੂਲ ਅੱਜ ਵੀ ਸਰਕਾਰੀ ਹੈਗੇ ਆ ਤੇ ਬਲੈਕ ਬੋਰਡ ਅੱਜ ਵੀ ਬਣਿਆ ਹੋਇਆ ਆ ਤੇ ਉਸ ਬਲੈਕ ਬੋਰਡ ਦੇ ਉੱਤੇ ਸੋਮਵਾਰ ਤੋਂ ਸ਼ਨੀਵਾਰ ਤੱਕ ਦਿਨ ਵੀ ਲਿਖੇ ਹੋਏ ਆ, ਲੇਕਿਨ ਉਹਨਾਂ ਦੇ ਮੂਹਰੇ ਜਿਹੜਾ ਕਾਲਮ ਬਣਿਆ ਹੋਇਆ ਉਹਦੇ ਤੇ ਕਿਸੇ ਸਬਜੈਕਟ ਦਾ ਟੈਸਟ ਨਹੀਂ ਲਿਖਿਆ ਹੋਇਆ। ਉਹਦੇ ਤੇ ਲਿਖਿਆ ਹੋਇਆ ਵੀ ਸੋਮਵਾਰ ਨੂੰ ਦਾਲ ਬਣਨੀ ਆ, ਮੰਗਲਵਾਰ ਨੂੰ ਛੋਲੇ ਬਣਨੇ ਆ, ਬੁੱਧਵਾਰ ਨੂੰ ਭੁਰਜੀ ਬਣਨੀ ਆ, ਵੀਰਵਾਰ ਨੂੰ ਖਿਚੜੀ ਬਣਨੀ ਆ। ਮਤਲਬ 6 ਦਿਨਾਂ ਦੇ ਵਿੱਚ 6 ਤਰ੍ਹਾਂ ਦਾ ਖਾਣਾ ਲਿਖਿਆ। ਉੱਥੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਸੱਦਿਆ ਨਹੀਂ ਜਾ ਰਿਹਾ, ਉੱਥੇ ਤਾਂ ਨਿਆਣੇ ਜਾਂਦੇ ਆ, ਕੌਲੀਆਂ ਚਮਚੇ ਖੜਕਾਉਂਦੇ ਆ ਤੇ ਖੜਕਾ ਕੇ ਵਾਪਸ ਆ ਜਾਂਦੇ ਆ। ਇਹ ਇੱਕ ਵੱਡੀ ਤਰਾਸਦੀ ਆ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸੰਵਿਧਾਨ ਦੇ ਪਹਿਲੇ ਫੰਡਾਮੈਂਟਲ ਰਾਈਟਸ ਜਿਹੜੇ ਹੈਗੇ ਆ ਉਹਦੇ ਉੱਤੇ ਇਹ ਗੱਲ ਲਿਖੀ ਆ, ਸਿੱਖਿਆ ਔਰ ਚਿਕਿਤਸਾ ਨਿਸ਼ੁਲਕ ਔਰ ਅਨਿਵਾਰਿਆ, ਵੀ ਪੜ੍ਹਾਈ ਤੇ ਦਵਾਈ ਮੁਫਤ ਤੇ ਜ਼ਰੂਰੀ। ਵੀ ਜਿਹੜਾ ਇਨਸਾਨ ਭਾਰਤ ਦੇਸ਼ ਦੇ ਵਿੱਚ ਪੈਦਾ ਹੋ ਗਿਆ, ਅਗਰ ਉਹ ਇਨਸਾਨ ਅਨਪੜ੍ਹ ਰਹਿ ਗਿਆ, ਉਹ ਬੱਚਾ ਅਗਰ ਅਨਪੜ੍ਹ ਰਹਿ ਗਿਆ, ਉਹਦਾ ਜ਼ਿੰਮੇਵਾਰ ਉਹਦਾ ਪਰਿਵਾਰ ਨਹੀਂ ਹੋਏਗਾ, ਸਰਕਾਰ ਜ਼ਿੰਮੇਵਾਰ ਹੋਏਗੀ। ਜਿਹੜਾ ਇਨਸਾਨ ਇਸ ਭਾਰਤ ਦੇਸ਼ ਦੇ ਵਿੱਚ ਪੈਦਾ ਹੋਇਆ,
ਅਗਰ ਉਹ ਬਿਮਾਰ ਆ, ਬਿਮਾਰੀ ਦੇ ਇਲਾਜ ਵਾਸਤੇ ਉਹਦੇ ਕੋਲ ਪੈਸਾ ਹੈ ਨਹੀਂ, ਬਿਮਾਰੀ ਦੇ ਕਾਰਨ ਤੜਫ ਕੇ ਉਹਦੀ ਮੌਤ ਹੋ ਜਾਂਦੀ ਆ, ਤਾਂ ਉਹਦਾ ਜ਼ਿੰਮੇਵਾਰ ਪਰਿਵਾਰ ਨਹੀਂ, ਸਰਕਾਰ ਹੋਊਗੀ। ਇਹ ਤਾਂ ਗੱਲ ਸੰਵਿਧਾਨ 'ਚ ਲਿਖੀ ਆ। ਅਸੀਂ ਪਹਿਲਾ ਪੰਨਾ ਹੀ ਲਾਗੂ ਨਹੀਂ ਕਰਵਾ ਸਕੇ। ਫੰਡਾਮੈਂਟਲ ਰਾਈਟਸ ਜਿਹੜੇ ਸਾਡੇ ਆ ਉਹਦਾ ਹੀ ਘਾਣ ਹੋ ਗਿਆ, ਤਾਂ ਫਿਰ ਆਪਾਂ ਖੜੇ ਕਿੱਥੇ ਆ? ਔਰ ਸਰਕਾਰ ਦੀ ਇਹ ਜਿਹੜੀ ਪਾਲਿਸੀ ਹੈ ਇੱਕ ਪਾਸੇ ਲਾਗੂ ਨਹੀਂ ਹੁੰਦੀ। ਜਿੱਦਣ ਇਹਨਾਂ ਨੇ ਟੈਲੀਫੋਨ ਡਿਪਾਰਟਮੈਂਟ ਨੂੰ ਪ੍ਰਾਈਵੇਟ ਕੀਤਾ ਸੀ, ਉਦੋਂ ਇਹਨਾਂ ਨੇ ਇਹ ਕਿਹਾ ਸੀ ਬਈ ਆਹ ਜਦੋਂ ਟੈਲੀਫੋਨ ਜਿਹੜਾ ਆ ਪ੍ਰਾਈਵੇਟ ਹੱਥਾਂ ਦੇ ਵਿੱਚ ਜਾਊਗਾ ਤੇ ਤੁਹਾਨੂੰ ਬਹੁਤ ਵਧੀਆ ਸਰਵਿਸ ਪ੍ਰੋਵਾਈਡ ਹੋਏਗੀ ਔਰ ਸਸਤੀ ਪ੍ਰੋਵਾਈਡ ਹੋਏਗੀ। ਅੱਜ ਹਾਲਾਤ ਕੀ ਹੋ ਗਏ ਆ? ਅੱਜ ਪੱਠਾ ਬਹਿ ਗਿਆ। ਅੱਜ ਪ੍ਰਾਈਵੇਟ ਕੰਪਨੀਆਂ ਜਿੰਨੀਆਂ ਹੈਗੀਆਂ, ਚਾਹੇ ਉਹ ਦੇਸੀ ਤੇ ਚਾਹੇ ਵਿਦੇਸ਼ੀ, ਉਹਨਾਂ ਨੇ ਕਬਜ਼ਾ ਕਰ ਲਿਆ। ਅੱਜ BSNL ਫੇਲ ਹੋ ਗਿਆ, ਠੀਕ ਹੈ, BSNL ਫੇਲ ਹੋ ਗਿਆ ਨਾ। ਜਿੱਦਣ ਇਹਨਾਂ ਨੇ ਬਿਜਲੀ ਪ੍ਰਾਈਵੇਟ ਕੀਤੀ ਸੀ, ਉਦੋਂ ਵੀ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਤੁਹਾਨੂੰ ਇਹ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਤੁਹਾਡੇ ਬਿਜਲੀ ਦੇ ਕੱਟ ਆ, ਉਹਨਾਂ ਤੋਂ ਤੁਹਾਨੂੰ ਨਿਜਾਤ ਮਿਲ ਜਾਊਗੀ ਔਰ ਬਿਜਲੀ ਬੜੇ ਸਸਤੇ ਭਾਅ ਦੇ ਉੱਤੇ ਜਿਹੜੀ ਤੁਹਾਨੂੰ ਮਿਲ ਜਾਏਗੀ ਔਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਲੋਕ ਫੇਰ ਉਹਦੇ ਜਾਲ 'ਚ ਫਸ ਗਏ। ਅੱਜ ਬਿਜਲੀ ਪ੍ਰਾਈਵੇਟ ਹੋ ਗਈ ਮਹਿਕਮਾ। ਅੱਜ ਦੇਖੋ ਤਾਂ ਜਿਹੜੇ ਤੁਹਾਡੇ ਡਿਜੀਟਲ ਮੀਟਰ ਲੱਗੇ ਹੋਏ ਆ ਨਾ, ਡਿਜੀਟਲ ਮੀਟਰ, ਉਹ ਡਿਜੀਟਲ ਮੀਟਰ ਤੁਹਾਡਾ ਜਲੂਸ ਕੱਢਣ ਡਏ ਆ। ਅੱਜ ਬਿਜਲੀ ਕਿੱਥੇ ਗਈ ਆ? ਅੱਜ ਤੁਹਾਡੇ ਜੇਬ ਦੇ ਉੱਤੇ ਕਿੱਡਾ ਵੱਡਾ ਡਾਕਾ ਪੈ ਰਿਹਾ ਆ। ਤਾਂ ਸਰਕਾਰ ਨੇ ਜਦ ਵੀ ਸਰਕਾਰੀ ਅਦਾਰੇ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤਾ, ਉੱਥੇ ਦੇਸ਼ ਦਾ ਨੁਕਸਾਨ ਹੋਇਆ। ਅੱਜ ਕਿਹੜਾ ਸੈਕਟਰ ਆ ਜਿਹੜਾ ਸਰਕਾਰੀ ਕਾਮਯਾਬ ਹੋ ਰਿਹਾ? ਇੱਕ ਸਿਰਫ ਪੁਲਿਸ ਆ ਜਿਹੜੀ ਇਹ ਪ੍ਰਾਈਵੇਟ ਨਹੀਂ ਕਰ ਸਕਦੇ ਸੀ। ਇੱਕ ਪੁਲਿਸ ਹੀ ਪ੍ਰਾਈਵੇਟ ਨਹੀਂ ਕਰ ਸਕਦੇ ਸੀ, ਬਾਕੀ ਤਾਂ ਸਾਰਾ ਕੁਝ ਇਹਨਾਂ ਨੇ ਪ੍ਰਾਈਵੇਟ ਕਰ ਦਿੱਤਾ। ਬਾਕੀ ਸਾਰਾ ਕੁਝ ਹੀ, ਈਵਨ ਕਿ ਇੱਕ ਵੱਖਰੀ ਸਰਕਾਰ ਸੀ ਸਾਡਾ ਰੇਲਵੇ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ। ਏਅਰਪੋਰਟ ਇਹਨਾਂ ਨੇ ਵੇਚ ਦਿੱਤੇ। ਇਹਨਾਂ ਨੇ ਕਿਹੜੀ ਚੀਜ਼ ਛੱਡੀ ਆ? ਇਹਨਾਂ ਨੇ ਹਰ ਚੀਜ਼ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ। ਤਾਂ ਕਿਤੇ ਨਾ ਕਿਤੇ ਆਵਾਜ਼ ਤਾਂ ਉਠਾਉਣੀ ਪੈਣੀ ਹੈ। ਔਰ ਜੇ ਅੱਜ ਅਸੀਂ ਜਿਹੜਾ ਇੱਥੇ ਬੈਠੇ ਆ, ਇਹ ਜਿਹੜਾ ਪ੍ਰਾਈਵੇਟ ਸਕੂਲ ਮਾਫੀਆ ਜਿਹੜਾ ਹੈਗਾ, ਅਸੀਂ ਇਹਨੂੰ ਮਾਫੀਆ ਇਸ ਕਰਕੇ ਕਹਿੰਦੇ ਆ ਕਿ ਬਹੁਤ ਦੇਰ ਪਹਿਲਾਂ ਇਹਨਾਂ ਨੂੰ ਵਿੱਦਿਆ ਦੇ ਮੰਦਰ ਕਿਹਾ ਜਾਂਦਾ ਸੀ। ਬਹੁਤ ਦੇਰ ਪਹਿਲਾਂ ਇਹਨਾਂ ਨੂੰ ਨੇਸ਼ਨ ਬਿਲਡਰ ਕਿਹਾ ਜਾਂਦਾ ਸੀ। ਲੇਕਿਨ ਅੱਜ ਦੇ ਹਾਲਾਤਾਂ ਦੇ ਵਿੱਚ ਵਿੱਦਿਆ ਦੇ ਮੰਦਰ ਜਿਹੜੇ ਆ ਉਹ ਇੱਕ ਵੱਡੇ ਮਾਲ ਬਣ ਗਏ ਆ, ਜਿੱਥੇ ਜੁੱਤੀਆਂ ਵੀ ਮਿਲਦੀਆਂ, ਜਿੱਥੇ ਕਿਤਾਬਾਂ ਵੀ ਮਿਲਦੀਆਂ, ਜਿੱਥੇ ਵਰਦੀਆਂ ਵੀ ਮਿਲਦੀਆਂ, ਸਾਰਾ ਕੁਝ ਇਹਦਾ ਸਕੂਲਾਂ ਵੱਲੋਂ ਮਿਲਦਾ। ਇਹ ਉਹ ਕਿਵੇਂ ਕਹਿ ਰਹੇ ਹੋ ਕਿ ਮਿਲਦੀਆਂ ਇਸ ਕਰਕੇ ਕਿ ਜਿਹੜੀਆਂ ਕਿਤਾਬਾਂ ਇਹ ਲਗਾਉਂਦੇ ਆ ਉਹ ਇਹਨਾਂ ਵੱਲੋਂ ਖੋਲੀਆਂ ਦੁਕਾਨਾਂ 'ਤੇ ਹੀ ਮਿਲਦੀਆਂ। ਜੁੱਤੀਆਂ ਵੀ ਉਸੇ ਦੁਕਾਨਾਂ 'ਤੇ ਮਿਲਦੀਆਂ, ਇਹਨਾਂ ਦੀਆਂ ਵਰਦੀਆਂ ਵੀ ਉਸੇ ਦੁਕਾਨਾਂ 'ਤੇ ਉੱਤੇ ਮਿਲਦੀਆਂ। ਇਹ ਵਿੱਦਿਆ ਦੇ ਮੰਦਰ ਥੋੜ੍ਹੀ, ਇਹ ਤਾਂ ਮਾਲ ਬਣ ਗਏ, ਇਹ ਤਾਂ ਮਾਲ ਬਣ ਗਏ ਆ। ਔਰ ਇਹ ਜਿਹੜੇ ਨੇਸ਼ਨ ਬਿਲਡਰ ਕਹਿੰਦੇ ਸੀ, ਅੱਜ ਨੇਸ਼ਨ ਬਿਲਡਰ ਨਹੀਂ ਰਹੇ, ਇਹ ਸਿਰਫ ਬਿਲਡਰ ਬਣ ਗਏ ਆ। ਇਹਨਾਂ ਨੇ ਵੱਡੀਆਂ ਬਿਲਡਿੰਗਾਂ ਬਣਾ ਲਈਆਂ ਔਰ ਸਾਡੇ ਕੋਲੋਂ ਬਿਲਡਿੰਗ ਫੰਡ ਲੈਂਦੇ ਆ। ਦੱਸੋ ਤੁਹਾਡਾ ਕਿਹੜੇ ਰੂਮ ਦੇ ਵਿੱਚ ਹਿੱਸਾ ਆ? ਸਕੂਲ ਦੇ ਕਿਸੇ ਬਿਲਡਿੰਗ 'ਚ ਤੁਹਾਡਾ ਹਿੱਸਾ ਹੈਗਾ? ਬਿਲਡਿੰਗ ਫੰਡ ਅਸੀਂ ਦੇਈਏ ਤੇ ਸਕੂਲ ਦੀ ਬਿਲਡਿੰਗ ਜਿਹੜੀ ਇਹਨਾਂ ਦੇ ਬਾਪੂ ਦੇ ਨਾਂ ਹੈ। ਦੱਸੋ, ਇਸ ਕਰਕੇ ਇਹਨਾਂ ਦੀ ਜਿਹੜੀ ਇਹ ਗੁੰਡਾਗਰਦੀ ਆ, ਇਹਨਾਂ ਦੀ ਜਿਹੜੀ ਇਹ ਲੁੱਟ ਖਸੁੱਟ ਆ, ਇਹਨਾਂ ਦੀ ਜਿਹੜੀ ਇਹ ਧੱਕੇਸ਼ਾਹੀ ਆ, ਉਹਦੇ ਖਿਲਾਫ ਅਸੀਂ ਇੱਥੇ ਬੈਠੇ ਆ। ਔਰ ਇਹ ਲੜਾਈ ਇੱਕ ਦਿਨ ਦੀ ਨਹੀਂ ਹੈਗੀ। ਮੈਂ ਪਹਿਲਾਂ ਵੀ ਇਹ ਗੱਲ ਕਹਿੰਦਾ, ਮੈਂ ਅੱਜ ਵੀ ਇਹ ਗੱਲ ਕਹਿੰਦਾ, ਪਿਛਲੇ ਸਵਾ ਸਾਲ ਤੋਂ ਲਗਾਤਾਰ ਅਸੀਂ ਲੱਗੇ ਹੋਏ ਆ। ਲਗਾਤਾਰ ਪ੍ਰਾਈਵੇਟ ਸਕੂਲ ਮਾਫੀਆ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਬੇਨਕਾਬ ਕਰ ਰਹੇ ਹਾਂ ਔਰ ਲਗਾਤਾਰ ਅਸੀਂ ਇਸ ਪ੍ਰਸ਼ਾਸਨ ਨੂੰ, ਜਿਹੜਾ ਅੰਨਾ ਗੁੰਗਾ ਬੋਲਾ ਪ੍ਰਸ਼ਾਸਨ ਆ, ਸਾਡੀ ਸਰਕਾਰ ਅੰਨੀ ਗੁੰਗੀ ਬੋਲੀ ਆ, ਉਹ ਇਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਵਾ ਸਾਲ ਦੇ ਵਿੱਚ ਆ ਫਾਈਲ ਜਿਹੜੀ ਆ, ਇਹ ਕੱਲੇ ਇਹਨਾਂ ਨੂੰ ਕਿਹੜੀਆਂ ਐਪਲੀਕੇਸ਼ਨਸ ਕਦੋਂ ਅਸੀਂ ਦਿੱਤੀਆਂ, ਕਿਹੜੇ ਮੰਗ ਪੱਤਰ ਕਦੋਂ ਦਿੱਤੇ ਆ, ਸਵਾ ਸਾਲ ਦਾ ਰਿਕਾਰਡ ਸਾਡੇ ਕੋਲ ਪਿਆ। ਇਹਦੇ ਵਿੱਚ ਕੁਝ ਜਵਾਬ ਵੀ ਹੈਗੇ ਇਹਨਾਂ ਦੇ, ਜਿਹੜੇ ਜਵਾਬ ਇਹਨਾਂ ਨੇ ਸਾਨੂੰ ਦਿੱਤੇ ਆ। ਅੱਜ ਇਹ ਆਪਣੇ ਜਵਾਬਾਂ ਦੇ ਵਿੱਚ ਫਸੇ ਹੋਏ ਆ। ਹੁਣ ਇਹਨਾਂ ਦੇ ਜਵਾਬਾਂ ਦੇ ਵਿੱਚ ਇਹਨਾਂ ਨੂੰ ਕਾਰਵਾਈ ਕਰਨੀ ਬਣਦੀ ਆ। ਅਸੀਂ ਇਸ ਵਾਸਤੇ ਇੱਥੇ ਬੈਠੇ ਹੋਏ ਆ ਔਰ ਇਹ ਅਸੀਂ ਅੱਜ ਸੰਕੇਤਕ ਧਰਨਾ 4 ਦਿਨ ਦਾ ਰੱਖਿਆ। ਕੱਲ੍ਹ ਦਾ ਸ਼ੁਰੂ ਹੋਏ ਆ, ਮੰਗਲਵਾਰ, ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ। 4 ਦਿਨਾਂ ਦੇ ਵਿੱਚ ਅਗਰ ਪ੍ਰਸ਼ਾਸਨ ਆਪਣੀ ਨੀਂਦ ਤੋਂ ਜਾਗ ਪਿਆ ਤਾਂ ਠੀਕ ਆ, ਨਹੀਂ ਤਾਂ ਸੋਮਵਾਰ ਦਾ ਦਿਨ ਜਿਹੜਾ ਹੈਗਾ ਉਹ ਇਸ ਦਫ਼ਤਰ ਦਾ ਘਿਰਾਓ ਕਰਾਂਗੇ। ਘਿਰਾਓ ਇਸ ਕਰਕੇ ਨਹੀਂ ਕਰਨਾ ਕਿ ਇੱਥੋਂ ਸਾਨੂੰ ਬਹੁਤ ਕੁਝ ਲੱਭਣਾ, ਘਿਰਾਓ ਵੀ ਮਾਤਰ ਸੰਕੇਤ ਆ ਇੱਕ ਇਸ ਗੱਲ ਦਾ ਕਿ ਜਿਹੜੇ ਅਫਸਰ ਲੱਖਾਂ ਰੁਪਈਆ ਤਨਖਾਹ ਲੈਂਦੇ ਆ, ਉਹ ਤਨਖਾਹ ਕਿੱਥੋਂ ਲੈਂਦੇ ਆ, ਉਹਨੂੰ ਇਹ ਮਤ ਸਮਝਣ ਕਿ ਸਾਨੂੰ ਸਰਕਾਰ ਤਨਖਾਹ ਦਿੰਦੀ ਆ। ਤਨਖਾਹ ਸਾਡੀਆਂ ਜੇਬਾਂ 'ਚੋਂ ਕੱਟਿਆ ਹੋਇਆ ਟੈਕਸ ਜਿਹੜਾ ਆ, ਸਾਡੇ ਜੇਬਾਂ ਦੇ ਵਿੱਚੋਂ ਜਿਹੜਾ ਤੁਸੀਂ ਟੈਕਸ ਕੱਟਦੇ ਹੋ, ਉਸ ਟੈਕਸ ਦੇ ਨਾਲ ਇਹਨਾਂ ਦੇ ਘਰਾਂ ਦੇ ਚੁੱਲ੍ਹੇ ਗਰਮ ਹੁੰਦੇ ਆ, ਤਦ ਇਹਨਾਂ ਦੇ ਘਰਾਂ ਦੇ ਚੁੱਲ੍ਹੇ ਗਰਮ ਹੁੰਦੇ ਆ। ਔਰ ਅਸੀਂ, ਇਹ ਸਾਡੇ ਪਬਲਿਕ ਸਰਵੈਂਟ ਆ, ਅਸੀਂ ਪਬਲਿਕ ਆ, ਇਹ ਸਾਡੇ ਲਈ ਜਵਾਬਦੇਹ ਆ। ਅਸੀਂ ਦਫ਼ਤਰ ਇਸ ਕਰਕੇ ਇਹਨਾਂ ਦਾ ਘੇਰਨਾ ਔਰ ਨਾਲ ਮੈਂ ਤਾਂ ਹੋਰ ਗੱਲ ਕਹਿੰਦਾ ਬਈ ਅਸੀਂ ਆ ਪੰਜਾਬ 'ਚ ਵਿੱਚ ਬਿਜਲੀ ਦੀ ਕਿੱਲਤ ਮਹਿਸੂਸ ਕਰ ਰਹੇ ਹਾਂ। ਸਰਕਾਰ ਨੇ ਬਿਜਲੀ ਦੀ ਕਿੱਲਤ ਨੂੰ ਦੇਖਦੇ ਹੋਏ ਸਰਕਾਰੀ ਦਫ਼ਤਰਾਂ ਦਾ ਟਾਈਮ ਜਿਹੜਾ 8 ਤੋਂ 2 ਕਰ ਦਿੱਤਾ।
ਬਈ 5 ਵਜੇ ਤੱਕ ਨਹੀਂ 3 ਘੰਟੇ ਬਿਜਲੀ ਬਚਾ ਲਓ। ਮੈਂ ਕਹਿੰਦਾ 8 ਤੋਂ 2 ਵੀ ਛੱਡੋ, ਜਦ ਇਹਨੇ ਡੱਕਾ ਹੀ ਨਹੀਂ ਤੋੜਨਾ, ਜਦ ਇਹਨੇ ਕਰਨਾ ਹੀ ਕੱਖ ਨਹੀਂ, ਤਾਂ 8 ਤੋਂ 2 ਵਾਲਾ ਵੀ ਬੰਦ ਕਰ ਦਿਓ, ਘੱਟੋ ਘੱਟ ਬਿਜਲੀ ਦਾ ਬਚ ਜਾਊ। ਤਨਖਾਹ ਤਾਂ ਖਾਈ ਜਾਂਦੇ ਇਹ। ਇਸ ਕਰਕੇ ਜਿਹੜਾ ਹੈਗਾ ਅਸੀਂ ਇੱਥੇ ਬੈਠੇ ਹਾਂ, ਔਰ ਇਹ ਜਿਹੜੀ ਗੱਲ ਹੈ ਇਹ ਅਸੀਂ ਅੱਜ ਇਸ ਸੰਕੇਤਕ ਧਰਨੇ ਤੋਂ ਇਹਨਾਂ ਤੱਕ ਪਹੁੰਚਾ ਰਹੇ ਹਾਂ। ਤੁਹਾਡਾ ਧੰਨਵਾਦ ਹੈ ਕਿ ਤੁਸੀਂ, ਤੁਹਾਡੇ ਵਰਗੇ ਚੈਨਲਸ ਜਿਹੜੇ ਹੈਗੇ ਆ ਉਹ ਆਮ ਲੋਕਾਂ ਦੀ ਗੱਲ ਜਿਹੜੀ ਆ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ। ਨੰਗਲ ਜੀ, ਇੱਕ ਅਲੱਗ ਜਿਹਾ ਸਵਾਲ ਹੈਗਾ ਆ ਵੀ ਜਿਵੇਂ ਜਿਸ ਲੋਕ ਸਭਾ ਹਲਕੇ ਦਾ ਮੈਂਬਰ ਪਾਰਲੀਮੈਂਟ ਹੋਵੇ ਉਹਨੂੰ ਚਿੰਤਾ ਹੁੰਦੀ ਆ ਮੇਰੇ ਹਲਕੇ ਦੇ ਲੋਕ ਤਰਾ ਕਰ ਰਹੇ ਵੇ ਦਰੀਆਂ ਤੇ ਬੈਠੇ ਆ, ਵੀ ਮੈਂ ਜਾ ਕੇ ਪੁੱਛਾਂ ਵੀ ਇਹ ਕਿਉਂ ਰੌਲਾ ਪਾ ਰਹੇ, ਵੀ ਮੈਨੂੰ ਦੱਸੋ ਵੀ ਆਪਾਂ ਸਾਂਝੇ ਤੌਰ ਤੇ ਬੈਠ ਕੇ ਦਾ ਹੱਲ ਕਰੀਏ। ਨੰਬਰ 2, ਵਿਧਾਨ ਸਭਾ ਹਲਕੇ ਦਾ ਜਿਹੜਾ MLA ਹੁੰਦਾ ਆ ਉਹਦੀ ਵੀ ਜ਼ਿੰਮੇਵਾਰੀ ਹੁੰਦੀ ਆ ਵੀ ਲੋਕ ਵੀ ਮੇਰੇ ਦਰੀਆਂ ਤੇ ਬੈਠੇ ਦਫ਼ਤਰਾਂ ਦੇ ਵਿੱਚ ਮੇਰਾ ਹਾਈ ਖਿਲਾਫ ਕਰ ਰਹੇ, ਸਿਆਪਾ ਕਰ ਰਹੇ ਆ, ਦਫ਼ਤਰਾਂ ਦੇ ਖਿਲਾਫ ਬੋਲ ਰਹੇ ਆ, ਵੀ ਚਲੋ ਆਪਾਂ ਬੈਠ ਕੇ ਨਿਬੇੜੀਏ। ਤੁਹਾਡੇ ਕੋਲ ਇਸ ਲੋਕ ਸਭਾ ਹਲਕੇ ਦਾ ਮੈਂਬਰ ਪਾਰਲੀਮੈਂਟ ਜਾਂ ਇੱਥੋਂ ਦਾ ਵਿਧਾਨ ਸਭਾ ਹਲਕੇ ਦਾ ਜਿਹੜਾ ਵਿਧਾਇਕ ਹੈ ਇੱਥੇ ਇਸ ਦਰੀ ਤੇ ਆ ਕੇ ਤੁਹਾਡੇ ਕੋਲ ਬੈਠ ਕੇ ਤੁਹਾਡੇ ਦੁੱਖ ਦੀ ਗੱਲ ਪੁੱਛਣ ਦੀ ਕੋਸ਼ਿਸ਼ ਕੀਤੀ? ਆਇਆ ਤੁਹਾਡੇ ਕੋਲ ਦੋਨਾਂ 'ਚੋਂ ਕੋਈ? ਬੁੜਾ ਸਾਹਿਬ, ਪੰਜਾਬੀ ਦੀ ਇੱਕ ਕਹਾਵਤ ਆ, ਉਹ ਕਹਿੰਦੀ ਡੁੱਬੀ ਤਾਂ ਜੇ ਸਾਹ ਨਾ ਆਇਆ ਤਦੇ ਤਾਂ ਡੁੱਬੇ ਆ। ਜੇ ਇਦਾਂ ਦੇ ਗੁੰਗੇ ਬੋਲੇ ਅੰਨੇ ਨਾ ਚੁਣ ਕੇ ਜਾਂਦੇ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ, ਤਾਂ ਫਿਰ ਸਾਨੂੰ ਇੱਥੇ ਦਰੀ ਤੇ ਬੈਠਣ ਦੀ ਲੋੜ ਹੀ ਨਾ ਸੀ। ਉਹ ਅਸੀਂ ਦਰੀ ਤੇ ਤਾਂ ਬੈਠੇ ਇਹਨਾਂ ਦੇ ਕਰਕੇ। ਜੇ ਇੰਨੀ ਜੋਗੇ ਹੁੰਦੇ ਤਾਂ ਸਾਨੂੰ ਨਾ ਬੈਠਣ ਦੀ ਲੋੜ ਪੈਂਦੀ। ਇਹ ਇੰਨੀ ਜੋਗੇ ਨਹੀਂ ਸੀ ਕਰਕੇ ਤਦ ਅਸੀਂ ਇੱਥੇ ਬੈਠੇ ਹਾਂ। ਜੇ ਲੋਕਾਂ ਨੇ ਭੁਲੇਖੇ ਦੇ ਵਿੱਚ ਇਹਨਾਂ ਨੇ ਬੜੇ ਜਿਹੜੇ ਸੁਪਨੇ ਦਿਖਾਏ ਲੋਕਾਂ ਨੂੰ ਵੀ IAS ਆ, ਅਸੀਂ ਰਿਟਾਇਰਡ IAS ਆ। ਉਹ IAS ਜਿਹੜਾ ਹੁੰਦਾ ਇੱਕ ਸਰਕਾਰ ਦੀ ਏਜੰਸੀ ਹੁੰਦਾ। IAS ਅਫਸਰ ਜਿਹੜਾ ਹੁੰਦਾ ਉਹ DC ਵੀ ਰਹਿੰਦਾ ਔਰ DC ਤੋਂ ਉੱਪਰਲੀਆਂ ਪੋਸਟਾਂ ਤੇ ਵੀ ਰਹਿੰਦਾ। IAS ਅਫਸਰ ਨੂੰ ਸਰਕਾਰ ਦੀ ਹਰ ਪਾਲਿਸੀ ਦਾ ਪਤਾ ਹੁੰਦਾ, ਔਰ ਇਹ ਦੋਨੋਂ IAS ਰਿਟਾਇਰਡ, ਔਰ ਦੋਨਾਂ ਨੇ ਬੇੜਾ ਗਰਕ ਕਰ ਦਿੱਤਾ ਫਗਵਾੜੇ ਦਾ। ਦੋਨੋਂ ਰਿਟਾਇਰਡ IAS ਨੇ ਫਗਵਾੜੇ ਦਾ ਬੇੜਾ ਗਰਕ ਕੀਤਾ। ਮੈਂ ਕਹਿੰਦਾ ਇਹਦੇ ਨਾਲੋਂ ਤਾਂ ਅਨਪੜ੍ਹ ਚੰਗੇ ਸੀ, ਜਿਹੜੇ ਅਨਪੜ੍ਹ MLA ਸੀ, ਅਨਪੜ੍ਹ MP ਸੀਗੇ। ਅੰਗੂਠਾ ਛਾਪ ਭਾਵੇਂ ਸੀ ਪਰ ਇਹਨਾਂ ਵਰਗੇ ਬੇਈਮਾਨ ਨਾ ਸੀ, ਲੋਕਾਂ ਦੇ ਨਾਲ ਖੜਨ ਵਾਲੇ ਸੀ। ਇਹਨਾਂ ਵਰਗੇ ਕਰਪਟ ਨਾ ਸੀ, ਲੋਕਾਂ ਦੇ ਨਾਲ ਬਿਨਾਂ ਲਾਲਚ ਤੋਂ ਕੰਮ ਕਰਨ ਵਾਸਤੇ ਜਾਂਦੇ ਸੀ, ਲੋਕਾਂ ਦੀ ਦੁੱਖ ਤਕਲੀਫ ਸੁਣਦੇ ਸੀ, ਭਾਈਚਾਰਕ ਸਾਂਝ ਤਾਂ ਸੀ। ਇਹ ਤਾਂ ਇਹਨਾਂ ਦਾ ਕਲਚਰ ਜਿਹੜਾ ਹੈਗਾ ਉਹ AC ਗੱਡੀਆਂ, AC ਦਫ਼ਤਰ ਤੇ ਲੋਕਾਂ ਦੇ ਨਾਲ। ਜਿੱਦਾਂ IAS ਦੀ ਜਦੋਂ ਟ੍ਰੇਨਿੰਗ ਦਿੱਤੀ ਜਾਂਦੀ ਨਾ, ਉਹਦੇ ਵਿੱਚ ਪਰਸਨੈਲਿਟੀ ਡਿਵੈਲਪਮੈਂਟ ਦਾ ਇੱਕ ਸਬਜੈਕਟ ਵੀ ਹੁੰਦਾ ਵੀ ਤੁਸੀਂ ਆਪਣੀ ਪਰਸਨੈਲਿਟੀ ਨੂੰ ਕਿੱਦਾਂ ਇੱਦਾਂ ਚੜ੍ਹਾ ਕੇ ਰੱਖਣਾ ਤੇ ਲੋਕਾਂ ਤੋਂ ਕਿੱਦਾਂ ਦੂਰੀ ਬਣਾ ਕੇ ਰੱਖਣੀ ਆ। ਉਹੀ ਕੰਮ ਜਿਹੜਾ ਹੈਗਾ ਇਹ ਇੱਥੇ ਆ ਕੇ ਕਰਨ ਰਹੇ ਹੋ। ਇਹਨਾਂ ਨੂੰ ਇਹ MLA ਜਾਂ MP ਨਹੀਂ, ਇਹ ਤਾਂ ਆਪਣੇ ਆਪ ਨੂੰ ਅਫਸਰ ਬਣ ਕੇ ਬੈਠੇ ਆ। ਇਹਨਾਂ ਨੂੰ ਇਹ ਨਹੀਂ ਪਤਾ ਕਿ ਤੁਹਾਡਾ ਟਾਈਮ ਪੀਰੀਅਡ ਜਿਹੜਾ ਸਿਰਫ 5 ਸਾਲ ਦਾ ਹੀ ਆ, 5 ਸਾਲ ਦਾ ਹੀ ਆ। 5 ਸਾਲਾਂ ਬਾਅਦ ਲੋਕਾਂ ਦੇ ਹੱਥ ਤੁਹਾਡੀ ਚਾਬੀ ਹੈ। ਲੋਕਾਂ ਨੇ ਉਹ ਚਾਬੀ ਦੇ ਨਾਲ ਆਪਣੀ ਕਿਸਮਤ ਦਾ ਤਾਲਾ ਖੋਲ੍ਹਣਾ ਆ। ਤੇ ਕੋਈ ਗੱਲ ਨਹੀਂ, ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਇਹਨਾਂ ਦੀਆਂ ਨਲਾਇਕੀਆਂ ਨੂੰ ਵੀ ਲੈ ਕੇ ਜਾ ਰਹੇ ਹਾਂ। ਤੇ ਇਸ ਕਰਕੇ ਆ ਜਿਹੜੇ ਸਾਡੇ MLA MP ਆ ਨਾ, ਜੇ ਇਹ ਕੁਛ ਕਰਨ ਜੋਗੇ ਹੁੰਦੇ ਨਾ, ਜੇ ਇਹਨਾਂ ਦੀ ਰੀੜ੍ਹ ਦੀ ਹੱਡੀ ਕੰਮ ਕਰਦੀ ਹੁੰਦੀ ਤਾਂ ਸ਼ਾਇਦ ਸਾਨੂੰ ਇਸ ਦਰੀ ਤੇ ਬੈਠਣ ਦਾ ਮੌਕਾ ਨਾ ਮਿਲਦਾ। ਨੰਗਲ ਜੀ, ਇੱਕ ਗੱਲ MLA ਤੇ MP ਦੀ ਹੈ। ਪੰਜਾਬ ਦੇ ਵਿੱਚ ਬਹੁਤ ਸਾਰੇ ਵਿਧਾਇਕ ਹੈਗੇ ਨੇ। ਸਾਡਾ ਅਰਲਾਂਬਾ ਖਾਸ ਕਰਕੇ ਸਪੈਸ਼ਲ ਤੇ ਜ਼ੋਰ ਦੇ ਕੇ ਉਹਨਾਂ ਲੋਕਾਂ ਤੇ ਹੈ ਜਿਹੜੇ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਨੇ ਜਿਨ੍ਹਾਂ ਨੂੰ ਵਿਸ਼ੇਸ਼ ਮੌਕੇ ਦਿੱਤੇ ਨੇ। ਜਿਵੇਂ 34 ਵਿਧਾਇਕ ਪੰਜਾਬ ਦੇ ਵਿੱਚ ਜਿਹੜੇ ਸ਼ਡਿਊਲ ਕਾਸਟ ਕੈਟਾਗਰੀਜ਼ ਦੇ ਵਿੱਚੋਂ ਆ, ਵੀ ਇਹਨਾਂ ਨੂੰ ਮੌਕਾ ਦਿਓ। ਬਾਕੀਆਂ ਦੀ ਹਿੰਮਤ ਹੈ, ਉਹ ਵੀ ਬਣ ਸਕਦੇ ਸੀਗੇ, ਬਾਕੀਆਂ ਦੀ ਹਿੰਮਤ ਹੈ। ਇਹਨਾਂ ਨੂੰ ਪੱਕੀ ਮੋਹਰ ਲਾਤੀ ਵੀ ਤੁਸੀਂ ਸ਼ਡਿਊਲ ਕਾਸਟ ਸਰਟੀਫਿਕੇਟ ਲਗਾ ਕੇ ਹੀ ਵਿਧਾਇਕ ਬਣਨਾ ਹੈਗਾ। ਵੀ ਇਹਨਾਂ ਨੂੰ ਸਪੈਸ਼ਲ ਮੌਕਾ ਦਿੱਤਾ ਸੀਗਾ ਕਿ ਇਹਨਾਂ ਨੇ ਵੀ ਕਦੀ ਸਧਾਰਨ ਲੋਕਾਂ ਦੀ ਕਦੀ ਆਵਾਜ਼ ਨਹੀਂ ਬਣੇ, ਕਦੀ ਇਹਨਾਂ ਦਾ ਦੁੱਖ ਨਹੀਂ ਸੁਣਿਆ ਕਿ ਇਹਨਾਂ ਨੂੰ ਡਾਕਟਰ ਅੰਬੇਡਕਰ ਦੇ ਵੱਲੋਂ ਉਹ ਦਿੱਤੇ ਜਿਹੜੇ ਹੱਕ ਹੈ ਉਹ ਭੁੱਲ ਗਏ। ਪੇ ਬੈਕ ਟੂ ਸੋਸਾਇਟੀ ਵਾਲੀ ਗੱਲ ਜਿਹੜੀ ਤੁਹਾਡੇ ਜ਼ੁਬਾਨ ਤੋਂ ਕਈ ਵਾਰੀ ਸੁਣੀ ਆ, ਕਦੀ ਇਹਨਾਂ ਨੂੰ ਵੀ ਨਹੀਂ ਤਰਸ ਆਇਆ ਵੀ ਅਸੀਂ ਝੁੱਗੀਆਂ ਵਿੱਚ ਜਾ ਕੇ ਪੁੱਛੀਏ ਵੀ ਸਾਡੇ ਸਮਾਜ ਦੇ, ਸਾਡੇ ਵਰਗ ਦੇ ਲੋਕ ਜਿਨ੍ਹਾਂ ਦੀ ਚਿੰਤਾ ਬਾਬਾ ਸਾਹਿਬ ਨੇ ਕੀਤੀ ਸੀ, ਕਦੀ ਪੁੱਛੀਏ ਵੀ ਉਹਨਾਂ ਦਰਵਾਜ਼ਿਆਂ ਤੇ ਜਾ ਕੇ ਵੀ ਉਹ ਕਿੱਦਾਂ ਜਿਉਂਦੇ ਨੇ? ਦੇਖੋ, ਜਿਹੜੀ ਗੱਲ ਪੇ ਬੈਕ ਟੂ ਸੁਸਾਇਟੀ ਦੀ ਆਪਾਂ ਕਰਦੇ ਆ ਨਾ, ਇਹਨਾਂ ਲੋਕਾਂ ਨੇ, ਇਹਨਾਂ ਨੂੰ ਲੱਗਦਾ ਵੀ ਸਾਡੇ ਜੇ ਅਸੀਂ MLA ਜਾਂ MP ਬਣ ਗਏ ਨਾ, ਖਾਸ ਕਰਕੇ ਜਿਹੜੇ SC ਬਣੇ ਨੇ, ਰਿਜ਼ਰਵ ਕੈਟਾਗਰੀ ਤੋਂ, ਰਿਜ਼ਰਵ ਸੀਟਾਂ ਤੋਂ ਜਿੱਤੇ ਹੋਏ ਆ, ਇਹਨਾਂ ਨੂੰ ਇਹ ਲੱਗਦਾ ਵੀ ਸਾਡੀ ਕਾਬਲੀਅਤ ਆ, ਉਹ ਅਸੀਂ ਤਦ ਬਣੇ ਆ। ਇਹਨਾਂ ਨੂੰ ਇਹ ਲੱਗਦਾ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਦੋਂ ਪੋਲੀਟੀਕਲ ਰਿਜ਼ਰਵੇਸ਼ਨ ਦਿੱਤੀ ਹੈ ਨਾ, ਉਹ ਸਿਰਫ 10 ਸਾਲ ਵਾਸਤੇ ਦਿੱਤੀ ਸੀ ਪੋਲੀਟੀਕਲ ਰਿਜ਼ਰਵੇਸ਼ਨ। ਉਹਨਾਂ ਨੇ ਕਿਹਾ ਸੀ ਵੀ 10 ਸਾਲ ਤੋਂ ਬਾਅਦ ਪੋਲੀਟੀਕਲ ਰਿਜ਼ਰਵੇਸ਼ਨ ਖਤਮ ਕਰ ਦਿਓ, ਉਦੋਂ ਬਾਅਦ ਇਹਦੀ ਜ਼ਰੂਰਤ ਨਹੀਂ ਹੈਗੀ। ਤੇ ਜੇ ਉਦੋਂ ਬਾਅਦ ਇਹ ਚੱਲਦੀ ਰਹਿ ਗਈ ਤਾਂ ਫਿਰ ਇਸ ਰਿਜ਼ਰਵ ਸੀਟਾਂ ਦੇ ਉੱਤੋਂ ਹੱਥ ਠੋਕੇ ਪੈਦਾ ਹੋਣਗੇ।
ਹੱਥ ਠੋਕੇ ਪੈਦਾ ਹੋਣਗੇ। ਉਹਨਾਂ ਨੇ ਲਫ਼ਜ਼ ਵਰਤੇ ਆ ਪੋਲੀਟੀਕਲ ਰਿਜ਼ਰਵੇਸ਼ਨ ਜਿਹੜੀ ਹੈਗੀ ਆ ਉਹ 10 ਸਾਲ ਵਾਸਤੇ ਸੀ, ਲੇਕਿਨ ਇਹਨਾਂ ਨੂੰ ਚੋਰ ਮੋਰੀਆਂ ਲੱਭ ਪਈਆਂ, ਪੋਲੀਟੀਕਲ ਪਾਰਟੀਆਂ ਨੂੰ ਚੋਰ ਮੋਰੀਆਂ ਇਹਨਾਂ ਨੂੰ ਲੱਗਣ ਲੱਗ ਪਿਆ ਵੀ ਇਹ ਤਾਂ ਯਾਰ ਹਥਿਆਰ ਹੀ ਬੜਾ ਸੌਖਾ ਸਾਨੂੰ ਲੱਭ ਪਿਆ। ਅੱਜ ਪੋਲੀਟੀਕਲ ਰਿਜ਼ਰਵੇਸ਼ਨ ਖਤਮ ਹੋ ਜਾਵੇ ਤਾਂ ਸੋਮ ਪ੍ਰਕਾਸ਼ ਨੂੰ ਕਿਸੇ ਨੇ ਨਹੀਂ ਪੁੱਛਣਾ, ਬੀਜੇਪੀ ਵਾਲਿਆਂ ਨੇ ਸੋਮ ਪ੍ਰਕਾਸ਼ ਨੂੰ ਨਹੀਂ ਪੁੱਛਣਾ। ਜੇ ਅੱਜ ਪੋਲੀਟੀਕਲ ਰਿਜ਼ਰਵੇਸ਼ਨ ਖਤਮ ਹੋ ਜਾਵੇ ਤਾਂ ਧਾਲੀਵਾਲ ਨੂੰ ਕਿਸੇ ਇਹਨਾਂ ਦੀ ਕਾਬਲੀਅਤ ਨਹੀਂ। ਇਹ ਤਾਂ ਇਹ ਰਬੜ ਦੀਆਂ ਮੋਹਰਾਂ ਜਿਹੜੀਆਂ ਉਹਨਾਂ ਦੇ ਹੱਥ ਵਿੱਚ ਆਈਆਂ ਹੋਈਆਂ ਆ। ਉਹਨਾਂ ਨੂੰ ਚਾਹੀਦੇ ਗੁੰਗੇ ਬੋਲੇ ਤੇ ਅੰਨੇ ਆ, ਜਿਨ੍ਹਾਂ ਨੂੰ ਨਾ ਕਿਸੇ ਦਾ ਦਰਦ ਦਿਸਦਾ ਹੋਵੇ, ਨਾ ਕਿਸੇ ਦੇ ਦਰਦ ਲਈ ਜ਼ਬਾਨ ਖੋਲ੍ਹਣ ਤੇ ਨਾ ਕਿਸੇ ਦੇ ਦਰਦ ਲਈ ਇਹ ਬੋਲ ਸਕਣ। ਇਸ ਕਰਕੇ ਇਹਨਾਂ ਨੂੰ ਤਾਂ ਗੁੰਗੇ ਬੋਲੇ ਤੇ ਅੰਨੇ ਚਾਹੀਦੇ ਆ। ਇਸ ਕਰਕੇ ਉਹ ਜਿਹੜੇ ਇਹਨਾਂ ਨੂੰ ਲੱਭ ਪਏ ਆ ਪੋਲੀਟੀਕਲ ਰਿਜ਼ਰਵੇਸ਼ਨ ਜਿਹੜੀ ਹੈਗੀ ਬਾਬਾ ਸਾਹਿਬ ਦੇ ਕਹਿਣ ਦੇ ਮੁਤਾਬਕ ਅੱਜ ਇਹ ਖਤਮ ਕਰ ਦੇਣ ਤਾਂ ਇਹਨਾਂ ਨੂੰ ਆਪਣੀ ਔਕਾਤ ਪਤਾ ਲੱਗ ਜੂਗੀ। ਫਿਰ ਪਤਾ ਲੱਗੂ ਨਾ ਵੀ ਕੌਣ ਜਿਹੜਾ ਹੈਗਾ ਕਿਹਦਾ ਮੁੱਲ ਪਾਉਂਦਾ। ਇਹ ਸਿਰਫ ਤੇ ਸਿਰਫ ਬਾਬਾ ਸਾਹਿਬ ਦਾ ਬੀਜਿਆ ਵੱਢਣ ਰਹੇ ਆ, ਉਹਨਾਂ ਦਾ ਜਿਹੜਾ ਬੀਜਿਆ ਆ ਉਹਦੀ ਖੱਟੀ ਖਾ ਰਹੇ ਆ। ਇਹਨਾਂ ਦੀ ਆਪਣੀ ਕਾਬਲੀਅਤ ਨਹੀਂ ਹੈਗੀ। ਕਾਬਲੀਅਤ ਜਿਹੜੀ ਹੈਗੀ ਆ ਕਾਬਲੀਅਤ ਪਛਾਣੀ ਜਾਣੀ ਆ ਉਸ ਵੇਲੇ ਜੇ ਕਿਤੇ ਪੋਲੀਟੀਕਲ ਰਿਜ਼ਰਵੇਸ਼ਨ ਖਤਮ ਹੋ ਜਾਵੇ। ਬਾਬਾ ਸਾਹਿਬ ਨੇ ਮੌਕੇ ਹਰ ਖੇਤਰ ਦੇ ਵਿੱਚ ਦਿੱਤੇ ਹੋਏ ਆ। ਠੀਕ ਆ, ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਆ, ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਜਿਹੜੀ ਆ ਉਹ ਹਿੱਸੇਦਾਰੀ ਆ, ਉਹ ਭਾਗੀਦਾਰੀ ਆ, ਹਿੱਸੇਦਾਰੀ ਆ, ਉਹ ਚਾਹੀਦੀ ਹੈ ਕਿਉਂਕਿ ਨੌਕਰੀਆਂ ਜਿਹੜੀਆਂ ਹੈਗੀਆਂ ਉਹ ਡੇ ਬਾਈ ਡੇ ਬਣਦੀਆਂ ਤੇ ਖਤਮ ਹੁੰਦੀਆਂ ਜਾ ਰਹੀਆਂ। ਠੀਕ ਆ, ਉੱਥੇ ਪੋਲੀਟੀਕਲ ਰਿਜ਼ਰਵੇਸ਼ਨ ਚਾਹੀਦੀ ਹੈ। ਜਿਹੜੀ ਰਿਜ਼ਰਵੇਸ਼ਨ ਜਿਹੜੀ ਨੌਕਰੀਆਂ ਰਿਜ਼ਰਵੇਸ਼ਨ ਚਾਹੀਦੀ ਹੈ, ਜਿਹੜੀ ਪੋਲੀਟੀਕਲ ਆ ਉਹ ਬਾਬਾ ਸਾਹਿਬ ਨੇ ਜੇ 10 ਸਾਲ ਲਈ ਕਿਹਾ ਸੀ ਉਹਨੂੰ ਖਤਮ ਕਰਕੇ ਇੱਕ ਵਾਰੀ ਦੇਖ ਲੈਣ, ਇਹਨਾਂ ਨੂੰ ਪਤਾ ਲੱਗ ਜਾਊਗਾ। ਇਸ ਕਰਕੇ ਇਹ ਨਹੀਂ ਕੁਛ ਕਰਨ ਜੋਗੇ। ਇਹ ਸਮਾਜ ਨੂੰ ਆਪ ਉੱਠ ਕੇ ਆ ਜਿੰਨਾ ਵਰਗ ਬੈਠਾ ਇਹਦੇ ਵਿੱਚ ਦੇਖੋ ਜਿਹੜੀ ਐਜੂਕੇਸ਼ਨ ਹੈ ਨਾ, ਐਜੂਕੇਸ਼ਨ ਜਿਹੜੀ ਆ ਉਹ ਮਨੁੱਖ ਦਾ ਮੌਲਿਕ ਅਧਿਕਾਰ ਆ ਔਰ ਇਹਦੇ ਵਿੱਚ ਨੋ ਕਾਸਟ ਨੋ ਰਿਲੀਜਨਸ, ਕੋਈ ਧਰਮ ਕੋਈ ਜਾਤੀ ਇਹ ਮੈਨੇ ਨਹੀਂ ਰਖਾਉਂਦਾ। ਕਿਉਂਕਿ ਜਿਹੜਾ ਇੱਥੇ ਪੈਦਾ ਹੋ ਗਿਆ ਸਰਕਾਰ ਨੇ ਉਹਨੂੰ ਨੌਕਰੀ ਦੇਣੀ ਜਾਂ ਨਹੀਂ ਦੇਣੀ ਇਹ ਬਾਅਦ ਦਾ ਇਸ਼ੂ ਆ, ਲੇਕਿਨ ਪੜ੍ਹਾਈ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਆ। ਚਾਹੇ ਉਹ ਕਿਸੇ ਵੀ ਜਾਤੀ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਉਹਨੂੰ ਐਜੂਕੇਸ਼ਨ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਲੇਕਿਨ ਸਰਕਾਰ ਨੇ ਐਜੂਕੇਸ਼ਨ 3 ਭਾਗਾਂ ਦੇ ਵਿੱਚ ਵੰਡੀ ਹੋਈ ਆ। ਇੱਕ ਉਹ ਐਜੂਕੇਸ਼ਨ ਹੈ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚ ਮਿਲਦੀ ਆ, ਦੂਸਰੀ ਉਹ ਐਜੂਕੇਸ਼ਨ ਹੈ ਜਿਨ੍ਹਾਂ ਵਾਸਤੇ ਅਸੀਂ ਹੁਣ ਲੜ ਰਹੇ ਹਾਂ, ਤੀਜੀ ਐਜੂਕੇਸ਼ਨ ਉਹ ਆ ਜਿਹੜੀ ਬਹੁਤ ਹਾਈ ਕਲਾਸ ਆ, ਜਿਨ੍ਹਾਂ ਨੂੰ ਲੋੜ ਹੀ ਨਹੀਂ ਲੜਨ ਦੀ, ਜਿਨ੍ਹਾਂ ਕੋਲ ਪੈਸਾ ਹੀ ਅੰਨਾ ਆ, ਉਹ ਤਾਂ ਬੋਲਦੇ ਹੀ ਨਹੀਂ। ਉਹ ਕਹਿੰਦੇ ਕੋਈ ਗੱਲ ਨਹੀਂ, ਲੱਖਾਂ ਰੁਪਈਆ ਡੋਨੇਸ਼ਨ ਹੈਗਾ, ਲੱਖਾਂ ਰੁਪਈਆ ਐਡਮਿਸ਼ਨ ਹੈਗਾ, ਜਾਣ ਦਿਓ ਕੋਈ ਗੱਲ ਨਹੀਂ, ਉਹਨਾਂ ਨੇ ਪੈਸਾ ਹੀ ਬੜਾ ਕਮਾਇਆ। ਇਹ ਤਾਂ ਉਹ ਲੋਕ ਬੈਠੇ ਆ ਜਿਹੜੇ ਹੈਂਡ ਟੂ ਮਾਊਥ ਆ, ਜਿਹੜੇ ਚਾਹੁੰਦੇ ਆ ਸਾਡੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਮਿਲ ਜਾਵੇ ਚਾਹੇ ਸਾਨੂੰ ਕਰਜ਼ ਚੱਕ ਕੇ ਪੜ੍ਹਾਉਣਾ ਪਵੇ। ਇਹ ਤਾਂ ਉਹ ਲੋਕ ਬੈਠੇ ਆ ਜਿਹੜੇ ਸਭ ਤੋਂ ਲੋਅਰ ਕਲਾਸ ਵਾਲੇ ਆ। ਉਹ ਸਰਕਾਰੀ ਸਕੂਲ ਹੈਗੇ ਆ ਜਿੱਥੇ ਸਾਇੰਸ ਵਾਲਾ ਜਿਹੜਾ ਟੀਚਰ ਹੈ ਨਹੀਂ, ਉਹ ਇੰਗਲਿਸ਼ ਵਾਲਾ ਟੀਚਰ ਹੈ ਨਹੀਂ, ਉਹ ਮੈਥ ਵਾਲਾ ਟੀਚਰ ਹੈ ਨਹੀਂ, ਉਹ ਇਹ ਪੋਸਟਾਂ ਖਾਲੀ ਪਈਆਂ। ਇੱਥੇ ਡਰਾਇੰਗ ਵਾਲਾ ਇੰਗਲਿਸ਼ ਪੜ੍ਹਾਈ ਜਾਂਦਾ, ਹਿੰਦੀ ਵਾਲਾ ਮੈਥ ਪੜ੍ਹਾਈ ਜਾਂਦਾ, ਪੰਜਾਬੀ ਵਾਲਾ ਸਾਇੰਸ ਪੜ੍ਹਾਈ ਜਾਂਦਾ, ਉੱਥੇ ਪਤਾ ਹੀ ਨਹੀਂ ਲੱਗਦਾ। ਉੱਥੇ ਜਿਹੜਾ ਹੈਗਾ ਲੋਅਰ ਲੈਵਲ ਦੀ ਐਜੂਕੇਸ਼ਨ ਜਿਹੜੀ ਆ ਉਹ ਸਰਕਾਰੀ ਸਕੂਲਾਂ ਵਿੱਚ ਆ। 3 ਭਾਗਾਂ ਦੇ ਵਿੱਚ ਐਜੂਕੇਸ਼ਨ ਵੰਡੀ ਹੋਈ ਆ। ਇਸ ਕਰਕੇ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਐਜੂਕੇਸ਼ਨ ਪ੍ਰੋਵਾਈਡ ਕਰਵਾਓ, ਨੌਕਰੀ ਦੇਣੀ ਜਾਂ ਨਹੀਂ ਦੇਣੀ ਇਹ ਬਾਅਦ ਦੀ ਗੱਲ ਹੈ। ਤੇ ਜਿਵੇਂ ਤੁਸੀਂ ਇਹ ਅੱਜ ਦੂਸਰਾ ਦਿਨ ਹੈਗਾ ਤੁਹਾਡਾ ਇਹ ਐਸਡੀਐਮ ਆਫਿਸ ਦੇ ਅੱਗੇ ਤੁਸੀਂ ਧਰਨਾ ਲਗਾ ਕੇ ਬੈਠੇ ਹੋ, ਤੁਸੀਂ ਕਿਹਾ ਕਿ ਸੋਮਵਾਰ ਨੂੰ ਪੂਰਨ ਬੰਦ ਰੱਖਿਆ ਜਾਏਗਾ, ਇਹ ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਆਫੀਸਰ ਸਾਹਿਬਾਨਾਂ ਦੇ ਵਿੱਚੋਂ ਵੀ ਚਲੋ ਆਪਾਂ ਬੈਠ ਕੇ ਗੱਲ ਕਰਦੇ ਹਾਂ ਜਾਂ ਹੱਲ ਕੱਢ ਦਿੱਤਾ? ਦੇਖੋ, ਕੱਲ ਤਹਿਸੀਲਦਾਰ ਸਾਹਿਬ ਦਾ ਮੈਸੇਜ ਸਾਨੂੰ ਆਇਆ ਸੀ, ਉਹਨਾਂ ਨੇ ਸ਼ਾਇਦ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਵਗੈਰਾ ਜਾਂ ਹੋਰ ਵੀ ਜਿਹੜੇ ਸੰਬੰਧਿਤ ਮਹਿਕਮੇ ਦੇ ਹੋਰ ਉੱਚ ਅਧਿਕਾਰੀ ਹੋਣਗੇ ਉਹਨਾਂ ਦੀ ਕੋਈ ਮੀਟਿੰਗ ਬੁਲਾਈ ਹੋਈ ਆ ਔਰ ਉਹ ਮੀਟਿੰਗ ਜਿਹੜੀ ਹੈਗੀ ਆ ਉਹਦੇ ਵਿੱਚ ਕੀ ਫੈਸਲਾ ਕਰਦੇ ਆ ਉਹ ਦੇਖਣ ਵਾਲੀ ਗੱਲ ਹੈ। ਜੇ ਸਾਨੂੰ ਉਸ ਮੀਟਿੰਗ ਦੇ ਵਿੱਚ ਬੁਲਾਉਣਗੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ, ਜੇ ਸਾਡਾ ਹੱਲ ਹੋਊਗਾ ਤਾਂ ਠੀਕ ਆ, ਜੇ ਨਹੀਂ ਹੋਊਗਾ ਤਾਂ ਇਹ ਜਿਹੜਾ ਸਾਡਾ ਅੰਦੋਲਨ ਆ ਇਹ ਜਿਹੜੀ ਇਹਦੀ ਰੂਪ ਰੇਖਾ ਅਸੀਂ ਬਣਾਈ ਹੋਈ ਆ ਉਸ ਰੂਪ ਰੇਖਾ ਦੇ ਮੁਤਾਬਕ ਅੰਦੋਲਨ ਅੱਗੇ ਵਧੇਗਾ। ਸੋਮਵਾਰ ਦੇ ਵਾਸਤੇ ਇਲਾਕਾ ਨਿਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਗਰ ਤੁਹਾਡਾ ਕੋਈ ਫੈਸਲਾ ਨਹੀਂ ਹੁੰਦਾ ਤਾਂ? ਦੇਖੋ ਜੀ, ਮੈਂ ਸਾਰੇ ਮਾਪਿਆਂ ਨੂੰ ਕਿਉਂਕਿ ਇਹ ਜਿਹੜੀ ਸਮੱਸਿਆ ਹੈ ਇਹ ਹਰ ਘਰ ਦੀ ਆ, ਇਹ ਕਿਸੇ ਇੱਕ ਘਰ ਦੀ ਸਮੱਸਿਆ ਨਹੀਂ ਹੈ, ਇਹ ਹਰ ਘਰ ਦੀ ਸਮੱਸਿਆ ਆ ਔਰ ਹਰ ਘਰ ਦੇ ਵਿੱਚ ਬੱਚਾ ਪੜ੍ਹਦਾ ਆ। ਹਰ ਮਾਪਾ ਚਾਹੁੰਦਾ ਮੇਰਾ ਬੱਚਾ ਚੰਗੇ ਸਕੂਲ ਦੇ ਵਿੱਚ ਪੜ੍ਹੇ, ਲੇਕਿਨ ਲੁੱਟ ਤੋਂ ਸਾਰੇ ਦੁਖੀ ਆ। ਤਾਂ ਮੈਂ ਇੱਥੇ ਤੁਹਾਡੇ ਨਾਲ 2-4 ਜਿਹੜੇ ਤੱਥ ਆ ਉਹ ਕਲੀਅਰ ਕਰਨਾ ਚਾਹੁੰਦਾ ਕਿ ਜਿਹੜੇ ਸਾਡੀ ਲੜਾਈ ਆ ਇਹ ਸਾਡੀ ਲੜਾਈ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ। ਸਾਡੀ ਲੜਾਈ ਜਿਹੜੀ ਹੈਗੀ ਆ ਇਹਨਾਂ ਦੀ ਧੱਕੇਸ਼ਾਹੀ, ਇਹਨਾਂ ਦੀ ਗੁੰਡਾਗਰਦੀ, ਇਹਨਾਂ ਦੀ ਲੁੱਟ-ਖਸੁੱਟ ਦੇ ਖਿਲਾਫ ਹੈਗੀ ਆ। ਹੁਣ ਜਿਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਲੜਾਈ ਕਿੱਥੋਂ ਸ਼ੁਰੂ ਹੁੰਦੀ ਆ? ਦਾਖਲਾ ਫੀਸ ਤੋਂ। ਬੱਚਾ ਆਪਾਂ ਇੱਕ ਵਾਰੀ ਦਾਖਲ ਕਰਾਤਾ ਸਕੂਲ ਦੇ ਵਿੱਚ, ਬੱਚਾ ਸਾਡਾ 1 ਸਾਲ ਪੜ੍ਹਿਆ, ਅਗਲੀ ਕਲਾਸ ਦੇ ਵਿੱਚ ਪ੍ਰਮੋਟ ਹੋ ਗਿਆ ਜੀ, ਸਕੂਲ ਕਹਿੰਦਾ ਸਾਨੂੰ ਰੀਐਡਮਿਸ਼ਨ ਦਿਓ। ਅੱਛਾ,
ਅਸੀਂ ਇਹਨਾਂ ਨੂੰ ਸਵਾਲ ਕਰਦੇ ਹਾਂ ਕਿ ਬੱਚੇ ਨੇ ਕਲਾਸ ਬਦਲੀ ਆ, ਸਕੂਲ ਤਾਂ ਬਦਲਿਆ ਨਹੀਂ, ਫੇਰ ਐਡਮਿਸ਼ਨ ਚਾਰजेस ਕਾਹਦੇ? ਦੂਸਰੀ ਸਾਡੀ ਲੜਾਈ ਆ ਬਿਲਡਿੰਗ ਫੰਡ ਦੀ ਜੀ। ਇਹ ਕਹਿੰਦੇ ਆ ਬਿਲਡਿੰਗ ਫੰਡ ਦਿਓ, ਅਸੀਂ ਕਹਿੰਦੇ ਆ ਵੀ ਤੁਹਾਨੂੰ ਟਿਊਸ਼ਨ ਫੀਸ ਦੇ ਰਹੇ ਆ। ਬਿਲਡਿੰਗ ਬਣਾਉਣਾ ਜ਼ਿੰਮੇਵਾਰੀ ਸਕੂਲ ਦੀ ਆ, ਸਾਡਾ ਕਿਹੜਾ ਸਕੂਲ ਦੀ ਬਿਲਡਿੰਗ ਦੇ ਵਿੱਚ ਹਿੱਸਾ ਆ? ਅਸੀਂ ਬਿਲਡਿੰਗ ਫੰਡ ਕਿਉਂ ਦਈਏ, ਸਾਨੂੰ ਦੱਸਿਆ ਜਾਵੇ। ਤੀਸਰੀ ਸਾਡੀ ਲੜਾਈ ਆ ਐਨੂਅਲ ਚਾਰजेस ਦੀ। ਇਹ ਸਾਲਾਨਾ ਫੰਡ ਦੇ ਨਾਮ ਤੇ ਉੱਤੇ ਸਾਨੂੰ ਲੁੱਟਦੇ ਆ। ਅਸੀਂ ਇਹਨਾਂ ਨੂੰ ਇਹ ਗੱਲ ਪੁੱਛਦੇ ਆ ਵੀ ਸਾਲਾਨਾ ਫੰਡ ਦੱਸੋ ਕੀ ਆ, ਕੀ ਆ ਸਾਲਾਨਾ ਫੰਡ? ਆ ਹੁਣ ਪਿਛਲੇ ਸਵਾ ਸਾਲ ਤੋਂ ਸਕੂਲ ਖੁੱਲ੍ਹੇ ਨਹੀਂ, ਅਸੀਂ ਸਕੂਲ ਦਾ ਡੈਸਕ ਬੈਂਚ ਨਹੀਂ ਵਰਤਿਆ, ਅਸੀਂ ਸਕੂਲ ਦੀ ਬਿਜਲੀ ਨਹੀਂ ਵਰਤੀ, ਅਸੀਂ ਸਕੂਲ ਦੀ ਬਿਲਡਿੰਗ ਨਹੀਂ ਵਰਤੀ, ਅਸੀਂ ਸਕੂਲ ਦਾ ਕੂਲਰ ਨਹੀਂ ਵਰਤਿਆ, ਅਸੀਂ ਸਕੂਲ ਦਾ ਚੌਕ ਤੱਕ ਨਹੀਂ ਵਰਤਿਆ, ਅਸੀਂ ਸਕੂਲ ਦਾ ਕੰਪਿਊਟਰ ਨਹੀਂ ਵਰਤਿਆ, ਅਸੀਂ ਸਕੂਲ ਦੀ ਲੈਬ ਨਹੀਂ ਵਰਤੀ। ਤਾਂ ਭਾਈ ਚਾਰजेस ਕਾਹਦੇ? ਸਾਨੂੰ ਦੱਸਿਆ ਤਾਂ ਜਾਵੇ ਚਾਰजेस ਕਾਹਦੇ? ਔਰ ਜੇ ਇਹ ਚੀਜ਼ਾਂ ਵਰਤੀਆਂ ਵੀ ਹੋਈਏ ਤਾਂ ਐਨੂਅਲ ਚਾਰजेस ਦਾ ਮਤਲਬ ਕੀ ਹੈ? ਐਨੂਅਲ ਚਾਰजेस ਹੈਗਾ ਵੀ ਅਗਰ ਤੁਸੀਂ ਸਕੂਲ ਦੇ ਵਿੱਚ ਕੋਈ ਰਿਪੇਅਰ ਕਰਾਉਣੀ ਆ, ਰਿਪੇਅਰ ਮਤਲਬ ਤੁਸੀਂ ਕੋਈ ਬਿਜਲੀ ਖਰਾਬ ਹੋ ਗਈ, ਕੋਈ ਡੈਸਕ ਬੈਂਚ ਟੁੱਟ ਗਿਆ, ਕੋਈ ਦਰਵਾਜ਼ਾ ਤੱਕ ਹੀ ਰਿਪੇਅਰ ਕਰਨਾ, ਕੋਈ ਸਕੂਲ ਦੇ ਵਿੱਚ ਪੇਂਟ ਕਰਾਉਣਾ, ਮਤਲਬ ਸਕੂਲ ਦੇ ਵਿੱਚ ਅਗਰ ਕੋਈ ਰਿਪੇਅਰ ਕਰਾਉਣੀ ਆ ਤੁਸੀਂ ਐਨੂਅਲ ਚਾਰजेस ਲੈ ਸਕਦੇ ਹੋ। ਲੇਕਿਨ ਐਨੂਅਲ ਚਾਰजेस ਤਦ ਲੈ ਸਕੋਗੇ, ਪਹਿਲਾ ਗੱਲ ਤੁਹਾਨੂੰ ਕਾਰਨ ਦੱਸਣਾ ਪਏਗਾ ਵੀ ਇੱਥੇ ਖਰਚਣੇ ਆ। ਦੂਸਰੀ ਗੱਲ ਹੈ ਕਿ ਤੁਹਾਨੂੰ ਇਹ ਸ਼ੋਅ ਕਰਨਾ ਪਏਗਾ ਕਿ ਸਾਡੇ ਕੋਲ ਕੋਈ ਰਿਜ਼ਰਵ ਫੰਡ ਨਹੀਂ, ਸਕੂਲ ਦੇ ਕੋਲ ਕੋਈ ਰਿਜ਼ਰਵ ਫੰਡ ਨਹੀਂ ਪਿਆ, ਆਪਣੀ ਬੈਲੈਂਸ ਸ਼ੀਟ ਸ਼ੋਅ ਕਰਨੀ ਪਊਗੀ। ਤੀਸਰੀ ਗੱਲ, ਅਗਰ ਰਿਜ਼ਰਵ ਫੰਡ ਨਹੀਂ ਹੈਗਾ ਫਿਰ ਐਨੂਅਲ ਚਾਰजेस ਤੁਸੀਂ ਬੱਚਿਆਂ ਦੀ ਫੀਸ ਦਾ 10 ਤੋਂ 15% ਹਿੱਸੇ ਦੇ ਦਰਮਿਆਨ ਹੀ ਮੰਗੋਗੇ, ਇਦੋਂ ਵੱਧ ਨਹੀਂ ਮੰਗੋਗੇ। ਲੇਕਿਨ ਇੱਥੇ ਕੀ ਕਰਦੇ ਆ? ਗੜਾਸਾ ਚੱਕਿਆ ਆ, ਦੇ ਠਾ ਬੜਾਂਗਾ ਕਰੀ ਜਾ ਰਹੇ ਆ, ਕੋਈ ਬੈਲੈਂਸ ਸ਼ੀਟ ਨਹੀਂ ਜਮ੍ਹਾਂ ਕਰਵਾ ਰਿਹਾ, ਐਨੂਅਲ ਚਾਰजेस ਹਰ ਸਾਲ ਮੰਗੀ ਜਾ ਰਹੇ ਆ, ਬਿਲਡਿੰਗ ਅਸੀਂ ਵਰਤੀ ਨਹੀਂ ਹੈਗੀ ਤੇ ਤੁਸੀਂ ਸਾਨੂੰ ਕਹਿੰਦੇ ਆ ਲੁੱਟਣਾ, ਇਹ ਨਹੀਂ ਚੱਲੇਗਾ। ਇਸ ਤੋਂ ਇਲਾਵਾ ਕਿਤਾਬਾਂ ਦੇ ਵਿੱਚ ਲੁੱਟ, ਕਿਤਾਬਾਂ ਜਿਹੜੀਆਂ ਹੈਗੀਆਂ ਤੁਸੀਂ ਮਾਈ ਹੀਰਾ ਗੇਟ ਆਪਣੇ ਤੋਂ ਇੱਥੋਂ 20 ਕਿਲੋਮੀਟਰ ਦੀ ਦੂਰੀ ਤੇ ਆ, ਜਲੰਧਰ ਦੇ ਵਿੱਚ ਵੱਡੀ ਮਾਰਕੀਟ ਹੈਗੀ ਮਾਈ ਹੀਰਾ ਗੇਟ, ਉੱਥੇ ਕਿਤਾਬਾਂ ਦਾ ਇੱਕ ਸਮੁੰਦਰ ਆ। ਤੁਸੀਂ ਇੱਕ ਬੁੱਕ ਲੈਣ ਚਲ ਜਾਓ, ਉਹਦੇ ਪ੍ਰਿੰਟ ਰੇਟ ਤੋਂ ਤੁਹਾਨੂੰ ਮਿਨੀਮਮ 25 ਤੋਂ 30% ਡਿਸਕਾਊਂਟ ਮਿਲੇਗਾ ਇੱਕ ਬੁੱਕ ਦੇ ਉੱਤੇ। ਤੇ ਜਿਹੜੀਆਂ ਇਹ ਬੁੱਕਾਂ ਦਿੰਦੇ ਆ ਉਹ ਬੁੱਕਸ ਜਿਹੜੀਆਂ ਪਹਿਲਾਂ ਤਾਂ ਮਾਰਕੀਟ 'ਚ ਨਹੀਂ ਮਿਲਦੀਆਂ, ਆਮ ਦੁਕਾਨਾਂ ਤੇ ਮਿਲਦੀਆਂ ਨਹੀਂ, ਫਿਰ ਉਹ ਲੈਣੀਆਂ ਕਿੱਥੋਂ ਪੈਂਦੀਆਂ? ਫਿਰ ਦੱਸਦੇ ਆ ਉਹ ਫਲਾਨੀ ਦੁਕਾਨ ਆ, ਉੱਥੇ ਚਲੇ ਜਾਓ, ਉੱਥੋਂ ਤੁਹਾਨੂੰ ਬੁੱਕਸ ਮਿਲਣੀਆਂ। ਉੱਥੇ ਜਦੋਂ ਬੁੱਕਸ ਦੇ ਲੈਣ ਜਾਂਦੇ ਆ ਉੱਥੇ ਕਹਿੰਦੇ ਆ 6000 ਦਾ ਸੈੱਟ, 7000 ਦਾ ਸੈੱਟ। ਹੁਣ ਦੱਸੋ ਉਹਦੇ 'ਚ ਕਿਹੜੀਆਂ ਸੋਨੇ ਦੀਆਂ ਤਾਰਾਂ ਲੱਗੀਆਂ ਆ? ਇੱਕ ਦੁੱਕੀ ਨਹੀਂ ਘੱਟ ਕਰ ਰਹੇ, ਉਹਦੇ ਵਿੱਚ ਕਿਹੜੀਆਂ ਸੋਨੇ ਦੀਆਂ ਤਾਰਾਂ ਲੱਗੀਆਂ ਆ? ਉਹਦੇ ਵਿੱਚ ਲੁੱਟ। ਔਰ ਲੁੱਟ ਕਿੱਦਾਂ ਹੁੰਦੀ ਆ? ਕਿਤਾਬਾਂ ਵਾਲੇ 6000 ਦਾ 7000 ਦਾ ਸੈੱਟ ਦਿੰਦੇ ਆ, ਉਹਦੇ 'ਚੋਂ ਅੱਧੇ ਪੈਸੇ ਸਿੱਧੇ ਸਕੂਲ ਨੂੰ ਜਾਂਦੇ ਆ, ਅੱਧੇ ਪੈਸੇ ਸਿੱਧੇ ਸਕੂਲ ਨੂੰ ਜਾਂਦੇ ਆ, ਉਹਦੇ ਵਿੱਚ ਲੁੱਟ ਕਰ ਰਹੇ ਆ। ਉਦੋਂ ਬਾਅਦ ਵਿੱਚ ਸਾਡੀ ਲੁੱਟ ਕਰਦੇ ਆ ਵਰਦੀਆਂ ਦੇ ਵਿੱਚ। ਹੁਣ ਵਰਦੀਆਂ ਜਿਹੜੀਆਂ ਆ ਇਹ ਕਹਿੰਦੇ ਆ ਵੀ ਇਹਨਾਂ ਨੂੰ ਹਦਾਇਤ ਇਹ ਆ ਬਈ ਤੁਸੀਂ ਵਰਦੀ ਦਾ ਰੰਗ ਦੱਸਣਾ, ਪੇਰੈਂਟਸ ਨੂੰ ਰੰਗ ਦੱਸਣਾ। ਇਹ ਰੰਗ ਦੇ ਨਾਲ ਕੀ ਗਿਆ ਬਈ ਇਹ ਕਹਿੰਦੇ ਆ ਵੀ ਵਰਦੀ ਮਿਲਣੀ ਆ ਉਹ ਫਲਾਨੀ ਦੁਕਾਨ ਤੋਂ, ਤੇ ਫਲਾਨੀ ਦੁਕਾਨ ਤੋਂ ਲੈਣੀ ਮਜਬੂਰੀ ਕਿਉਂ ਆ? ਕਿਉਂਕਿ ਵਰਦੀ ਦੇ ਉੱਤੇ ਸਕੂਲ ਦਾ ਲੋਗੋ ਲੱਗਾ ਹੋਇਆ, ਉਹ ਸਾਨੂੰ ਬਾਹਰੋਂ ਕਿਤੇ ਮਿਲਣਾ ਨਹੀਂ, ਉਹ ਨਾਲ ਕਢਾਈ ਕੀਤਾ ਹੋਇਆ ਹੈ। ਜੇ ਵਰਦੀ ਦੇ ਉੱਤੇ ਲੋਗੋ ਨਾ ਹੋਵੇ, ਸਾਨੂੰ ਸਕੂਲ ਵਾਲੇ ਟਾਈ, ਬੈਲਟ ਤੇ ਬੈਚ ਤਿੰਨੋਂ ਚੀਜ਼ਾਂ ਦੇ ਦੇਣ ਤਾਂ ਮਾਪੇ ਚਾਹੇ 50 ਰੁਪਏ ਮੀਟਰ ਵਾਲਾ ਕੱਪੜਾ ਪਾਉਣ, ਚਾਹੇ 500 ਰੁਪਏ ਮੀਟਰ ਵਾਲਾ, ਆਪਣੀ ਹਿੰਮਤ ਦੇ ਮੁਤਾਬਕ। ਕਈ ਮਾਪੇ ਘਰ ਦੇ ਵਿੱਚ ਸਟਿਚਿੰਗ ਵੀ ਕਰ ਲੈਂਦੇ ਆ, ਉਹ ਆਪਣੇ ਬੱਚੇ ਨੂੰ ਵਰਦੀ ਸਿਉਂ ਕੇ ਵੀ ਦੇ ਸਕਦੇ ਆ ਆਪ ਵੀ। ਤੇ ਇਹ ਕਿਉਂ ਲੁੱਟ ਕਰਾਉਂਦੇ ਆ? ਕਿਉਂਕਿ ਵਰਦੀਆਂ ਦੇ ਵਿੱਚ ਵੀ ਇਹਨਾਂ ਨੂੰ ਕਮਿਸ਼ਨ ਮਿਲਦਾ, ਵਰਦੀਆਂ ਦੇ ਵਿੱਚ ਵੀ ਲੁੱਟ ਹੋ ਰਹੀ ਆ, ਤਾਂ ਹਰ ਜਗ੍ਹਾ ਲੁੱਟ ਹੋ ਰਹੀ ਆ। ਉਸ ਤੋਂ ਇਲਾਵਾ ਇਹਨਾਂ ਨੇ ਪਿਛਲੇ ਦੌਰ ਦੇ ਵਿੱਚ, ਆ ਜਿਹੜਾ ਕਰੋਨਾ ਦਾ ਦੌਰ ਹੋਇਆ, ਕਰੋਨਾ ਦੇ ਦੌਰ ਦੇ ਵਿੱਚ ਇਹਨਾਂ ਨੇ ਫੀਸਾਂ ਵਸੂਲਣ ਦੇ ਚੱਕਰ ਦੇ ਵਿੱਚ ਬਲੈਕਮੇਲਿੰਗ ਕੀਤੀ ਆ। ਮੈਂ ਬਲੈਕਮੇਲਿੰਗ ਲਫ਼ਜ਼ ਇਸ ਕਰਕੇ ਵਰਤ ਰਿਹਾ ਕਿ ਇਹਨਾਂ ਨੇ ਬਲੈਕਮੇਲਿੰਗ ਦੇ ਸਬੂਤ ਜਿਹੜੇ ਆ ਉਹ ਸਾਡੇ ਕੋਲ ਪਏ ਆ। ਆ ਮੇਰੇ ਕੋਲ ਸਬੂਤ ਪਏ ਆ ਕਿ ਇਹਨਾਂ ਨੇ ਬੱਚਿਆਂ ਕੋਲੋਂ ਮੰਗੀਆਂ ਫੀਸਾਂ ਔਰ ਪੇਰੈਂਟਸ ਨੇ ਕਿਹਾ ਵੀ ਸਾਡੇ ਕੋਲ ਲੋਕਡਾਊਨ ਦੇ ਕਰਕੇ ਆਰਥਿਕ ਮੰਦੀ ਹੋ ਗਈ, ਕਈਆਂ ਦੇ ਕੰਮ ਬੰਦ ਹੋ ਗਏ, ਕਈਆਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ, ਬਈ ਅਸੀਂ ਹਜੇ ਫੀਸ ਨਹੀਂ ਦੇ ਸਕਦੇ। ਸੁਪਰੀਮ ਕੋਰਟ ਦੀਆਂ ਹਦਾਇਤਾਂ ਆ ਗਈਆਂ ਵੀ ਅਗਸਤ ਤੱਕ ਚਾਹੇ ਇੰਸਟਾਲਮੈਂਟ ਦੇ ਵਿੱਚ ਲੈ ਲਿਓ, ਲੇਕਿਨ ਕਿਸੇ ਦੀ ਪੜ੍ਹਾਈ ਨਾ ਖਰਾਬ ਕਰਿਓ। ਇਹਨਾਂ ਨੇ ਆ ਸਾਰੇ ਹੀ ਬੱਚਿਆਂ ਨੂੰ ਰਿਮੂਵ ਕਰ ਦਿੱਤਾ ਕਲਾਸਾਂ ਦੇ ਵਿੱਚੋਂ। ਆ ਦੇਖੋ ਰਿਮੂਵਡ, ਆ ਲਓ ਰਿਮੂਵ, ਫੀਸਾਂ ਦੇ ਕਰਕੇ ਗਰੁੱਪਾਂ 'ਚੋਂ ਰਿਮੂਵ ਕਰ ਦਿੱਤਾ, ਸਕੂਲਾਂ ਦੇ ਗਰੁੱਪਾਂ 'ਚੋਂ। ਅਸੀਂ ਆ ਸਾਰੇ ਸਕਰੀਨਸ਼ਾਟ ਇਕੱਠੇ ਕਰਕੇ ਇਹਨਾਂ ਨੂੰ ਰਿਟਨ ਐਪਲੀਕੇਸ਼ਨ ਦਿੱਤੀ ਵੀ ਆਹ ਦੇਖੋ ਤੁਹਾਡੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ, ਆਹ ਦੇਖੋ ਬੱਚਿਆਂ ਨੂੰ ਰਿਮੂਵ ਕੀਤਾ। ਤੇ ਇਹਨਾਂ ਦਾ ਜਵਾਬ ਸਾਨੂੰ ਆਉਂਦਾ,
ਪਹਿਲੇ ਨੰਬਰ ਦੇ ਉੱਤੇ ਇਹਨਾਂ ਦਾ ਜਵਾਬ ਆਇਆ ਬਈ ਸਕੂਲ ਵੱਲੋਂ ਸਾਰੇ ਬੱਚਿਆਂ ਦੀ ਨਿਰੰਤਰ ਪੜ੍ਹਾਈ ਚਾਲੂ ਆ, ਇਹਦਾ ਸਰਟੀਫਿਕੇਟ ਦੇ ਦਿੱਤਾ ਗਿਆ। ਤੇ ਜਿਹੜੇ ਦਰਖਾਸਤਕਰਤਾ ਹੈਗੇ ਆ ਉਹਨਾਂ ਦੇ ਬੱਚਿਆਂ ਨੂੰ ਮੁੜ ਤੋਂ ਗਰੁੱਪਾਂ ਵਿੱਚ ਸ਼ਾਮਲ ਕਰ ਲਿਆ ਗਿਆ। ਇਹ ਕਹਿੰਦੇ ਆ ਇਹਦਾ ਮਤਲਬ ਬੱਚਿਆਂ ਨੂੰ ਗਰੁੱਪਾਂ 'ਚੋਂ ਕੱਢਿਆ ਸੀ, ਤੁਹਾਡੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਸੀ, ਕਾਨੂੰਨ ਨੂੰ ਛਿੱਕੇ ਟੰਗਿਆ ਸੀ। ਲੇਕਿਨ ਜਦੋਂ ਅਸੀਂ ਦਰਖਾਸਤ ਦਿੱਤੀ ਉਸ ਵੇਲੇ ਇਹਨਾਂ ਨੇ ਦੁਬਾਰਾ ਐਡ ਕਰ ਲਿਆ। ਹੁਣ ਜਦੋਂ ਅਸੀਂ ਇਹਨਾਂ ਨੂੰ ਜਵਾਬ ਪੁੱਛਿਆ ਵੀ ਐਡ ਤਾਂ ਕਰ ਲਿਆ, ਇਹਨਾਂ ਨੇ ਜਦੋਂ ਇੰਨੀ ਗਲਤੀ ਕੀਤੀ ਆ ਤੁਸੀਂ ਸਜ਼ਾ ਦੱਸੋ ਕੀ ਆ, ਕਾਰਵਾਈ ਦੱਸੋ ਕੀ ਕਰਦੇ ਹੋ। ਜਦੋਂ ਕਾਰਵਾਈ ਦੇ ਨਾਂ ਤੇ ਪੁੱਛਿਆ ਫਿਰ ਕਹਿੰਦੇ ਤੁਹਾਡਾ ਤਾਂ ਮਾਮਲਾ ਹੱਲ ਹੋ ਗਿਆ, ਹੁਣ ਛੱਡੋ। ਮੈਂ ਕਿਹਾ ਇਹਦਾ ਮਤਲਬ ਇਹ ਹੋਇਆ ਬਈ ਚੋਰ ਜਿਹੜਾ ਆ ਉਹ ਤੁਸੀਂ ਫੜ ਲਿਆ, ਚੋਰੀ ਦਾ ਸਮਾਨ ਵੀ ਬਰਾਮਦ ਕਰ ਲਿਆ, ਲੇਕਿਨ ਚੋਰ ਛੱਡ ਦਿੱਤਾ, ਤੁਸੀਂ ਸਜ਼ਾ ਕੋਈ ਨਹੀਂ ਦਿੱਤੀ, ਛੱਡ ਦਿੱਤਾ ਵੀ ਜਾ ਗਾਂ ਹੋਰ ਚੋਰੀ ਕਰ ਲਈ। ਸਮਾਨ ਬਰਾਮਦ ਕਰ ਲਿਆ ਲੇਕਿਨ ਚੋਰ ਛੱਡ ਦਿੱਤਾ। ਇਹਦਾ ਮਤਲਬ ਇਹ ਹੋਇਆ ਅਸੀਂ ਇਹ ਕਹਿ ਸਾਨੂੰ ਬਰਦਾਸ਼ਤ ਨਹੀਂ। ਇਸ ਤੋਂ ਇਲਾਵਾ ਇਹਨਾਂ ਨੇ ਬੱਚਿਆਂ ਨੂੰ ਕੀ ਕੀਤਾ, ਇੱਕ ਬੱਚਾ ਆ ਇੱਥੇ ਸਕੂਲ ਪੈਂਦਾ ਪੀਪਾ ਰੰਗੀ ਦੇ ਵਿੱਚ ਬ੍ਰਿਲੀਅੰਟ ਪਬਲਿਕ ਸਕੂਲ ਜੀ, ਉਹ ਬੱਚੀ 10th ਦੀ ਸਟੂਡੈਂਟ ਹੈ। ਉਸ ਬੱਚੀ ਦਾ 10ਵੀਂ ਦਾ ਰਿਜ਼ਲਟ ਇਹਨਾਂ ਨੇ ਖਰਾਬ ਕਰ ਦਿੱਤਾ। ਉਸ ਬੱਚੀ ਨੂੰ 10ਵੀਂ ਦੇ ਮੈਥ ਦੇ ਸਬਜੈਕਟ ਦੇ ਵਿੱਚੋਂ ਇਹਨਾਂ ਨੇ ਫੇਲ ਕਰ ਦਿੱਤਾ। ਹੈਰਾਨਗੀ ਦੀ ਗੱਲ ਹੈ, ਮੈਥ ਦੇ ਸਬਜੈਕਟ ਦੇ ਵਿੱਚੋਂ ਇਹ ਫੇਲ ਕਰਦੇ ਆ ਬੱਚੀ ਨੂੰ। ਆ ਮੇਰੇ ਕੋਲ ਉਹਦਾ ਰਿਜ਼ਲਟ ਪਿਆ ਜੀ, ਮੈਂ ਦਰਖਾਸਤ ਇਹਨਾਂ ਨੂੰ ਦਿੱਤੀ, ਮੇਰੇ ਕੋਲ ਰਿਜ਼ਲਟ ਪਿਆ ਆ ਹੈਗਾ। ਆ ਰਿਜ਼ਲਟ ਆ, ਮੈਥ ਦਾ ਪੇਪਰ ਆ, ਉਹਦੇ ਵਿੱਚੋਂ ਫੇਲ ਕੀਤਾ ਹੋਇਆ ਬੱਚੀ ਨੂੰ। ਔਰ ਜਦ ਕਿ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ 10th ਔਰ +2 ਇਹ ਦੋਨੋਂ ਬੋਰਡ ਦੀਆਂ ਕਲਾਸਾਂ ਸੀ। ਇਹਨਾਂ ਦੋਨੋਂ ਬੋਰਡ ਦੀਆਂ ਕਲਾਸਾਂ ਦੇ ਸਰਕਾਰ ਨੇ ਪੇਪਰ ਰੱਦ ਕਰ ਦਿੱਤੇ ਸੀ ਔਰ ਇਹ ਹੁਕਮ ਜਾਰੀ ਕਰ ਦਿੱਤੇ ਸੀ ਵੀ ਬੱਚਿਆਂ ਨੂੰ ਪ੍ਰਮੋਟ ਕਰ ਦਿਓ। 10th ਵਾਲਿਆਂ ਨੂੰ +1 'ਚ ਕਰ ਦਿਓ, +2 ਵਾਲਿਆਂ ਨੂੰ ਅੱਗੇ ਪ੍ਰਮੋਟ ਕਰ ਦਿਓ, ਚਾਹੇ ਉਹ ਅਗਲੀ ਪੜ੍ਹਾਈ ਜਾਰੀ ਰੱਖਣ ਨਹੀਂ ਰੱਖਣੀ ਨਾ ਰੱਖਣ, ਉਹਨਾਂ ਨੂੰ ਪਾਸ ਦਾ ਸਰਟੀਫਿਕੇਟ ਦੇ ਦਿਓ। ਜਦੋਂ ਇਹਨਾਂ ਨੇ ਬੱਚੀ ਨੂੰ 10th ਦੇ ਮੈਥ ਦੇ ਪੇਪਰ 'ਚੋਂ ਫੇਲ ਕੀਤਾ, ਪੇਪਰ ਹੋਇਆ ਨਹੀਂ ਤੇ ਫੇਲ ਕਿੱਦਾਂ ਹੋ ਗਏ। ਅਸੀਂ ਦਰਖਾਸਤ ਦਿੱਤੀ, ਲਿਖਤੀ ਦਰਖਾਸਤ ਦਿੱਤੀ ਇਹਨਾਂ ਨੂੰ ਰਿਜ਼ਲਟ ਦੀ ਕਾਪੀ ਨਾਲ ਲਾ ਕੇ, ਤੇ ਸਾਨੂੰ ਜਵਾਬ ਕੀ ਦਿੰਦੇ ਆ ਸਾਡੇ ਇਹ ਸਕੂਲਾਂ ਵਾਲੇ, ਸਾਨੂੰ ਜਵਾਬ ਕੀ ਦਿੰਦੇ ਆ, ਮੈਂ ਤੁਹਾਨੂੰ ਜਵਾਬ ਦਿਖਾਉਣਾ, ਹੈਰਾਨਗੀ ਹੁੰਦੀ ਹੈ ਇਸ ਗੱਲ ਦੀ। ਆ ਜਵਾਬ ਆਇਆ ਨਾ ਰਿਟਨ ਬਈ ਬੱਚੇ ਨੂੰ ਅਸੈਸਮੈਂਟ ਦੇ ਹਿਸਾਬ ਦੇ ਨਾਲ ਉਹਦਾ ਰਿਜ਼ਲਟ ਤਿਆਰ ਕੀਤਾ ਗਿਆ। ਅੱਛਾ, ਅਸੈਸਮੈਂਟ ਦੇ ਹਿਸਾਬ ਦੇ ਨਾਲ। ਅਸੈਸਮੈਂਟ ਕੀ ਹੁੰਦੀ ਆ? ਅਸੈਸਮੈਂਟ ਹੁੰਦੀ ਆ ਬੱਚੇ ਦਾ ਪੇਪਰ ਹੋ ਗਿਆ ਤੇ ਅਸੈਸਮੈਂਟ ਟੀਚਰ ਦੀ ਆ ਵੀ ਬੱਚਾ ਕਲਾਸ ਦੇ ਵਿੱਚ ਸ਼ਰਾਰਤੀ ਸੀ ਕਿ ਭੋਲਾ ਸੀ, ਬੱਚਾ ਇੰਟੈਲੀਜੈਂਟ ਸੀ ਕਿ ਨਹੀਂ ਸੀ, ਬੱਚਾ ਤੁਹਾਨੂੰ ਡਿਸਪਲਿਨ ਦੇ ਵਿੱਚ ਰਹਿੰਦਾ ਸੀ ਜਾਂ ਨਹੀਂ ਰਹਿੰਦਾ ਸੀ। ਉਹਦੇ ਮੁਤਾਬਕ ਤੁਸੀਂ ਆਪਣੀ ਅਸੈਸਮੈਂਟ ਦੇ ਹਿਸਾਬ ਦੇ ਨਾਲ ਉਹਨੂੰ ਮਾਰਕਸ ਦੇਣੇ ਆ। ਉਹ ਹੈਗੇ ਆ ਪੜ੍ਹਾਈ ਤੋਂ ਬਾਹਰ, ਤੁਸੀਂ ਤਾਂ ਉਹਨੂੰ ਫੇਲ ਹੀ ਕਰਤਾ, ਇਹ ਤੁਹਾਡੀ ਅਸੈਸਮੈਂਟ ਹੈ। ਬੱਚਾ ਕਹਿੰਦਾ ਮੈਂ ਨਰਸਰੀ ਤੋਂ ਲੈ ਕੇ ਉਸ ਸਕੂਲ ਦੇ ਵਿੱਚ 10th ਤੱਕ ਪੜ੍ਹਿਆ, ਮੇਰੇ ਪਿਛਲੇ 9 ਕਲਾਸਾਂ ਦਾ ਰਿਕਾਰਡ ਕਢਾ ਲਓ, ਕੋਈ ਸ਼ਿਕਾਇਤ ਨਹੀਂ। ਜੇ ਮੈਂ 9 ਕਲਾਸਾਂ 'ਚੋਂ ਇੱਕ ਪੇਪਰ 'ਚੋਂ ਫੇਲ ਹੋਇਆ ਆਊਂਗਾ ਮੈਂ ਮੰਨ ਜਾਊਂਗਾ। ਇਹ ਅਸੈਸਮੈਂਟ ਆ। ਅਸੈਸਮੈਂਟ ਸਿਰਫ ਕੀ ਆ ਕਿ ਬੱਚੇ ਨੇ ਕਰੋਨਾ ਦੇ ਦੌਰ ਦੇ ਵਿੱਚ ਉਹਦੇ ਫਾਦਰ ਨੇ ਫੀਸ ਮਾਫੀ ਦੇ ਲਈ ਜਿੱਦ ਕੀਤੀ ਸੀ ਵੀ ਮੇਰੇ ਕੋਲ ਪੈਸੇ ਹੈ ਨਹੀਂ। ਉਹਦਾ ਫਾਦਰ ਗੈਸ ਜਿਹੜੀ ਸਪਲਾਈ ਕਰਦੇ ਉਹਦੀ ਗੱਡੀ ਚਲਾਉਂਦਾ, ਆਟੋ ਗੈਸ ਜਿਹੜੀ ਸਪਲਾਈ ਕਰਦੇ ਘਰੇਲੂ ਗੈਸ, ਉਹਦੀ ਗੱਡੀ ਚਲਾਉਂਦਾ, ਔਰ ਉਹਨੇ ਸਿਰਫ ਇਹ ਕਿਹਾ ਸੀ ਕਿ ਮੇਰੀ ਫੀਸ ਮਾਫ ਕਰ ਦਿੱਤੀ ਜਾਵੇ। ਉਸ ਜਿੱਦ ਦੇ ਵਿੱਚ ਉਸ ਬੱਚੇ ਦਾ ਫਿਊਚਰ ਖਰਾਬ ਕਰਤਾ। ਔਰ ਜਦੋਂ ਇਹ ਕੰਮ ਹੋਇਆ ਅਸੀਂ ਇਹਨਾਂ ਨੂੰ ਪੁੱਛਿਆ ਦੱਸੋ ਕੀ ਸਜ਼ਾ ਆ, ਤੇ ਇਹ ਇਹਨਾਂ ਕੋਲ ਜਵਾਬ ਹੈ ਨਹੀਂ ਕੋਈ ਵੀ। ਇੱਕ ਸਕੂਲ ਹੈਗਾ ਇੱਥੇ ਬੜਾ ਵੱਡਾ, ਉੱਥੇ ਬੱਚੇ 6th ਕਲਾਸ ਦੇ ਵਿੱਚ ਪੜ੍ਹਦੇ ਆ ਔਰ 6th ਕਲਾਸ ਦੇ ਵਿੱਚ ਇਹਨਾਂ ਨੇ NCERT ਦੀਆਂ ਬੁੱਕਸ ਲਗਾਤੀਆਂ। ਉਹ ਬੁੱਕਸ ਜਿਹੜੀਆਂ NCERT ਦੀਆਂ, ਉਸ ਬੁੱਕਸ ਦੇ ਉੱਤੇ ਕਰੀਬ 1 ਮਹੀਨਾ ਪੜ੍ਹਾਈ ਚੱਲੀ ਆਨਲਾਈਨ, ਉਹਨੂੰ ਕੰਮ ਵੀ ਮਿਲਿਆ ਬੱਚਿਆਂ ਨੂੰ। 1 ਮਹੀਨੇ ਬਾਅਦ ਸਕੂਲ ਵਾਲਿਆਂ ਨੂੰ ਯਾਦ ਆਇਆ ਵੀ ਯਾਰ ਕਮਾਈ ਤਾਂ ਹੋਈ ਨਹੀਂ, ਤੇ ਸਕੂਲ ਵਾਲਿਆਂ ਨੇ 1 ਮਹੀਨੇ ਬਾਅਦ ਪ੍ਰਾਈਵੇਟ ਪਬਲਿਸ਼ਰ ਦੀਆਂ ਕਿਤਾਬਾਂ ਦੀਆਂ ਫੋਟੋ ਗਰੁੱਪ 'ਚ ਸੈਂਡ ਕੀਤੀਆਂ ਬਈ ਕੱਲ੍ਹ ਤੋਂ ਤੁਹਾਨੂੰ ਇਸ ਕਿਤਾਬਾਂ ਦੇ ਉੱਤੇ ਪੜ੍ਹਾਈ ਹੋਇਆ ਕਰੇਗੀ, ਇਹ ਕਿਤਾਬਾਂ ਲੈ ਕੇ ਆਓ। ਮਾਪੇ ਕਹਿੰਦੇ ਆ ਵੀ ਤੁਸੀਂ ਸਾਡੇ ਕੋਲੋਂ ਆਹ ਬੁੱਕਸ ਮੰਗਵਾਈਆਂ ਸੀ, 1 ਮਹੀਨਾ ਹੋ ਗਿਆ ਪੜ੍ਹਾਈ ਚੱਲਦੀ ਨੂੰ, ਬਈ ਭਾਈ ਦੱਸੋ ਬਈ ਤੁਸੀਂ ਇਹ ਕਿਤਾਬਾਂ ਹੁਣ ਕਿੱਦਾਂ ਲਾਉਣ ਡਏ ਹੋ। ਨਹੀਂ ਗੱਲ ਬਣੀ। ਅਸੀਂ ਇੱਕ ਐਪਲੀਕੇਸ਼ਨ ਦੇ ਦਿੱਤੀ ਬਈ ਆਹ ਦੇਖੋ ਜੀ 1 ਮਹੀਨਾ ਹੋ ਗਿਆ ਪੜ੍ਹਾਈ ਚੱਲਦੀ ਨੂੰ, ਆਹ ਹੁਣ ਕਹਿੰਦੇ ਆ ਪ੍ਰਾਈਵੇਟ ਪਬਲਿਸ਼ਰ ਦੀਆਂ ਕਿਤਾਬਾਂ। ਤੇ ਸਾਨੂੰ ਜਵਾਬ ਕੀ ਆਉਂਦਾ ਬਈ ਕਿਸੇ ਵੀ ਮਾਪੇ ਨੂੰ ਕਿਸੇ ਵੀ ਦੁਕਾਨ ਤੋਂ, ਕਿਸੇ ਖਾਸ ਦੁਕਾਨ ਤੋਂ ਕਿਤਾਬਾਂ ਖਰੀਦਣ ਲਈ ਮਜਬੂਰ ਨਹੀਂ ਕੀਤਾ ਜਾ ਰਿਹਾ।
ਅਸੀਂ ਆਪਣੀਆਂ ਕਿਤਾਬਾਂ ਦੀ ਲਿਸਟ ਜਿਹੜੀ ਆਪਣੀ ਸਾਈਟ ਦੇ ਉੱਤੇ ਪਹਿਲਾਂ ਹੀ ਪਾਈ ਹੋਈ ਆ। ਇਹ ਜਵਾਬ ਦੇ ਰਹੇ ਆ, ਅਸੀਂ ਪ੍ਰੂਫ ਪੇਸ਼ ਕਰ ਰਹੇ ਆ, ਇਹ ਜਵਾਬ ਦੇ ਰਹੇ ਆ। ਔਰ ਸਾਡਾ ਪ੍ਰਸ਼ਾਸਨ ਜਿਹੜਾ ਆ ਉਹ ਇਹਨਾਂ ਦੇ ਜਵਾਬ ਤੋਂ ਸੰਤੁਸ਼ਟ ਆ, ਲੇਕਿਨ ਅਸੀਂ ਸੰਤੁਸ਼ਟ ਨਹੀਂ। ਅਸੀਂ ਇਸ ਕਰਕੇ ਨਹੀਂ ਕਿ ਜਿਹੜੀ ਇਹ ਕਹਿੰਦੇ ਆ ਵੀ ਲਿਸਟ ਪਾਤੀ ਆ, ਉਹ ਲਿਸਟ ਜਿਹੜੀ ਆ ਮੈਂ SDM ਸਾਹਿਬ ਨੂੰ ਕਿਹਾ, ਮੈਂ ADC ਸਾਹਿਬ ਨੂੰ ਕਿਹਾ ਵੀ ਸਾਡੇ ਨਾਲ ਚੱਲੋ, ਆਪਾਂ ਸਾਰੀਆਂ ਸਟੇਸ਼ਨਰੀ ਦੀਆਂ ਕਿਤਾਬਾਂ ਦੇ ਉੱਤੇ ਸਟੇਸ਼ਨਰੀ ਦੀਆਂ ਦੁਕਾਨਾਂ ਤੇ ਘੁੰਮ ਲੈਂਦੇ ਆ। ਜੇ ਇਹਨਾਂ ਵੱਲੋਂ ਰეკਮੈਂਡ ਕੀਤੀਆਂ ਕਿਤਾਬਾਂ ਆਮ ਦੁਕਾਨ ਤੋਂ ਮਿਲ ਜਾਣ ਤਾਂ ਫਿਰ ਆਪਾਂ ਮੰਨ ਜਾਵਾਂਗੇ ਤੁਹਾਡੀ ਗੱਲ। ਉਹ ਜਿਹੜੀਆਂ ਇਹ ਰეკਮੈਂਡ ਕਰਦੇ ਆ ਉਹ ਇਹਨਾਂ ਦੀਆਂ ਦੁਕਾਨਾਂ ਤੋਂ ਮਿਲਦੀਆਂ, ਜਿਹੜੀਆਂ ਇਹਨਾਂ ਨੇ ਖੋਲ੍ਹੀਆਂ ਆ ਉਹਨਾਂ ਦੁਕਾਨਾਂ ਤੋਂ ਕਿਤਾਬਾਂ ਮਿਲਦੀਆਂ, ਤੇ ਉੱਥੇ ਲਾਉਂਦੇ ਆ ਟੀਕਾ ਪੂਰਾ। ਉੱਥੇ 1% ਵੀ ਘੱਟ ਨਹੀਂ, ਮਰਜ਼ੀ ਦਾ ਟੀਕਾ 1% ਵੀ ਘੱਟ ਨਹੀਂ। ਇੱਥੇ ਵੱਡਾ ਸਕੂਲ ਹੈ, ਸਭ ਤੋਂ ਵੱਡਾ ਕੈਂਬਰੇਜ ਸਕੂਲ, ਸਭ ਤੋਂ ਮਹਿੰਗਾ ਸਕੂਲ ਹੈ। ਉਸ ਕੈਂਬਰੇਜ ਸਕੂਲ ਦੇ ਬਾਹਰ ਇੱਕ ਕਿਤਾਬਾਂ ਦੀ ਦੁਕਾਨ ਖੋਲ੍ਹੀ ਹੋਈ ਹੈ। ਅਸੀਂ ਇੱਥੋਂ ਦੇ ਉਸ ਵੇਲੇ ਦੇ ਤਹਿਸੀਲਦਾਰ ਨਵਦੀਪ ਸਿੰਘ ਔਰ ਨਾਇਬ ਤਹਿਸੀਲਦਾਰ ਪਵਨ ਸ਼ਰਮਾ ਦੋਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਨਾਲ ਲੈ ਕੇ ਗਏ, ਔਰ ਉਸ ਦੁਕਾਨ ਦੇ ਵਿੱਚ ਜਦੋਂ ਅਸੀਂ ਗਏ ਅਸੀਂ ਉਹਨਾਂ ਨੂੰ ਕਿਹਾ ਜੀ ਦਿਓ ਕਿਤਾਬਾਂ ਸਾਨੂੰ ਫਲਾਣੇ ਸਕੂਲ ਦੀਆਂ। ਉਹ ਕਹਿੰਦੇ ਨਹੀਂ ਜੀ ਇੱਥੇ ਤਾਂ ਸਿਰਫ ਇੱਕੋ ਸਕੂਲ ਦੀਆਂ ਮਿਲਦੀਆਂ ਜੀ, ਔਰ ਉਸੇ ਦੁਕਾਨ ਦੇ ਵਿੱਚ ਕਿਤਾਬਾਂ ਵੀ ਉੱਥੇ ਹੀ ਮਿਲਦੀਆਂ। ਮੈਂ ਜਿਹੜੀ ਤੁਹਾਨੂੰ ਗੱਲ ਕਹੀ ਨਾ, ਮੌਲ ਬਣ ਗਿਆ ਇਹ। ਕਿਤਾਬਾਂ ਵੀ ਉਸੇ ਰੈਕ ਦੇ ਵਿੱਚ ਪਈਆਂ, ਜੁੱਤੀਆਂ ਵੀ ਉਸੇ ਰੈਕ ਦੇ ਵਿੱਚ ਪਈਆਂ, ਉਹਨਾਂ ਦੇ ਬੈਗ ਵੀ ਉਸੇ ਰੈਕ ਦੇ ਵਿੱਚ ਪਏ, ਤੇ ਵਰਦੀਆਂ ਵੀ ਉਸੇ ਰੈਕ ਦੇ ਵਿੱਚ ਪਈਆਂ। ਫਿਰ ਇਹ ਕਿੱਦਾਂ ਕਹਿੰਦੇ ਆ ਵੀ ਇਹ ਵਿੱਦਿਆ ਦੇ ਮੰਦਰ ਆ? ਵੇ ਭਾਈ ਤੁਸੀਂ ਤਾਂ ਵਪਾਰੀ ਬਣ ਗਏ, ਤੁਸੀਂ ਵਪਾਰੀ ਬਣ ਗਏ ਹੋ। ਔਰ ਵਪਾਰੀ ਜਿਹੜੇ ਹੈਗੇ ਆ ਉਹ ਕਦੇ ਵੀ ਦੇਸ਼ ਤੇ ਕੌਮ ਦਾ ਭਲਾ ਨਹੀਂ ਕਰਦੇ, ਉਹ ਆਪਣਾ ਬਿਜ਼ਨਸ ਕਰਨਗੇ, ਉਹ ਬਿਜ਼ਨਸ ਕਰਨਗੇ। ਸਾਡੇ ਬੱਚਿਆਂ ਦਾ ਫਿਊਚਰ ਜਿਹੜਾ ਆ ਇਹਨਾਂ ਲੋਕਾਂ ਦੇ ਹੱਥਾਂ ਵਿੱਚ ਆ। ਜਿਹੜੇ ਲੋਕ ਸਿਰਫ ਇਹ ਦੇਖਦੇ ਆ ਵੀ ਕਮਾਈ ਕਿੱਦਾਂ ਕਰਨੀ ਆ, ਇਹ ਲੋਕ ਜਿਹੜੇ ਆ ਸਾਡੇ ਦੇਸ਼ ਦੇ ਭਵਿੱਖ ਨੂੰ ਸਵਾਰ ਨਹੀਂ ਸਕਦੇ। ਇਸ ਕਰਕੇ ਇਹਨਾਂ ਦੀ ਲੁੱਟ ਖਸੁੱਟ ਜਿਹੜੀ ਆ ਉਹ ਨਹੀਂ ਚੱਲਣ ਦੇਣੀ। ਅਸੀਂ ਪ੍ਰਸ਼ਾਸਨ ਨੂੰ ਜਿਹੜੀ ਆ ਚੇਤਾਵਨੀ ਦਿੱਤੀ ਆ, ਔਰ ਪ੍ਰਸ਼ਾਸਨ ਸਾਡੀ ਚੇਤਾਵਨੀ ਨੂੰ ਹਲਕੇ 'ਚ ਨਾ ਲਵੇ। ਅਸੀਂ ਅੱਜ ਫੇਰ ਕਹਿੰਦੇ ਆ ਹਲਕੇ 'ਚ ਨਾ ਲੈਣ। ਇਹਨਾਂ ਨੂੰ ਐਂ ਲੱਗਦਾ ਹੋਊਗਾ ਵੀ ਖਰਿਆ ਅਸੀਂ ਖਬਰਾਂ ਲਵਾਉਣ ਲਈ ਬੈਠੇ ਆ, ਖਬਰਾਂ ਲਵਾਉਣ ਲਈ ਨਹੀਂ ਬੈਠੇ। ਅਸੀਂ ਇੱਥੇ ਬੈਠੇ ਆ ਤਾਂ ਬੱਚਿਆਂ ਦੇ ਫਿਊਚਰ ਨੂੰ ਬਚਾਉਣ ਵਾਸਤੇ, ਕਿਉਂਕਿ ਅਸੀਂ ਮਾਣਮੱਤੇ ਇਤਿਹਾਸ ਦੇ ਵਾਰਸ ਆ। ਸਾਡਾ ਮਾਣਮੱਤਾ ਇਤਿਹਾਸ ਜਿਹੜਾ ਅਸੀਂ ਇਤਿਹਾਸ ਆਪਣੇ ਮਹਾਂਪੁਰਸ਼ਾਂ ਦਾ ਸੁਣਦੇ ਆ ਕਿ ਮਹਾਂਪੁਰਸ਼ਾਂ ਨੇ ਸਾਨੂੰ ਇਤਿਹਾਸ ਦੇ ਵਿੱਚ ਕੀ ਦਿੱਤਾ। ਮਹਾਂਪੁਰਸ਼ਾਂ ਨੇ ਸਾਨੂੰ ਇਤਿਹਾਸ ਦੇ ਵਿੱਚ ਸੰਘਰਸ਼ ਦਿੱਤਾ, ਮਹਾਂਪੁਰਸ਼ਾਂ ਨੇ ਸਾਨੂੰ ਇਤਿਹਾਸ ਦੇ ਵਿੱਚ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਦੇ ਵਾਸਤੇ ਕੀਤੇ ਹੋਏ ਉਪਰਾਲੇ ਦਿੱਤੇ ਆ। ਤੇ ਜੇ ਅੱਜ ਸਾਡਾ ਦੇਸ਼ ਆਜ਼ਾਦ ਹੋ ਗਿਆ, ਜਿਨ੍ਹਾਂ ਮਹਾਂਪੁਰਸ਼ਾਂ ਨੇ ਆਜ਼ਾਦੀ ਸਾਨੂੰ ਲੈ ਕੇ ਦਿੱਤੀ ਆ, ਉਹ ਭਾਈ ਉਹਨਾਂ ਦਾ ਇਤਿਹਾਸ ਅਸੀਂ ਬੜੇ ਸਿਰ ਉੱਚਾ ਚੱਕ ਕੇ ਸੁਣਾਉਂਦੇ ਵੀ ਆ, ਸੁਣਦੇ ਵੀ ਆ, ਤੇ ਆਪਣੇ ਬੱਚਿਆਂ ਨੂੰ ਕੀ ਦੇ ਕੇ ਜਾ ਰਹੇ ਹਾਂ ਅਸੀਂ ਵਿਰਾਸਤ ਦੇ ਵਿੱਚ। ਉਹਨਾਂ ਨੇ ਵੀ ਕਹਿਣਾ ਵੀ ਸਾਡੇ ਬਜ਼ੁਰਗਾਂ ਨੇ ਸਾਨੂੰ ਕੀ ਦਿੱਤਾ, ਉਹਨਾਂ ਨੂੰ ਅਸੀਂ ਅੱਜ ਕੀ ਦੇ ਕੇ ਜਾ ਰਹੇ ਹਾਂ। ਇਹਨਾਂ ਕਰਪਟ ਪੋਲੀਟੀਸ਼ੀਅਨਸ ਦੇ ਕਰਕੇ 3 ਲੱਖ ਕਰੋੜ ਦਾ ਕਰਜ਼ਾ ਦੇ ਕੇ ਜਾ ਰਹੇ ਹਾਂ। 3 ਲੱਖ ਕਰੋੜ ਦਾ ਕਰਜ਼ਾ। ਜਿਹੜੀ ਪੰਜਾਬ ਦੀ ਪਾਪੂਲੇਸ਼ਨ ਆ ਉਹ ਕਿੰਨੀ ਆ ਜੀ? 3 ਕਰੋੜ ਜੀ। ਪੰਜਾਬ ਦੀ ਪਾਪੂਲੇਸ਼ਨ 3 ਕਰੋੜ ਔਰ ਕਰਜ਼ਾ 3 ਲੱਖ ਕਰੋੜ। ਤੇ ਬੱਚਿਆਂ ਸਿਰ ਕਿੰਨਾ ਆਇਆ? ਇੱਕ ਬੱਚੇ ਸਿਰ 3 ਲੱਖ। ਸਾਡੇ ਜੰਮਦੇ ਬੱਚੇ ਦੇ ਸਿਰ, ਤੇ ਉਹ ਕਿੱਥੇ ਜਾਣਾ ਬਈ? ਇਹ ਅਸੀਂ ਦੇ ਕੇ ਜਾ ਰਹੇ ਹਾਂ। ਇਦਾਂ ਨਹੀਂ ਹੋਏਗਾ। ਇਸ ਕਰਕੇ ਅਸੀਂ ਇਹ ਸੰਘਰਸ਼ ਜਿਹੜਾ ਆ ਹੋਰ ਤਿੱਖਾ ਚਲਾਵਾਂਗੇ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਰੇ ਮਾਪਿਆਂ ਨੂੰ, ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਜਿਹੜੇ ਹੱਥਾਂ ਵਿੱਚ ਡਿਗਰੀਆਂ ਲੈ ਕੇ ਬੇਰੁਜ਼ਗਾਰ ਤੁਰੇ ਫਿਰਦੇ ਆ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਆਓ ਇਸ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾਓ। ਇਹ ਅੰਦੋਲਨ ਜਿਹੜਾ ਹੈਗਾ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਅੰਦੋਲਨ ਆ। ਜੇ ਆਪਾਂ ਆਪਣੀਆਂ ਨਸਲਾਂ ਨੂੰ ਬਚਾਉਣਾ ਤਾਂ ਫਿਰ ਇਹ ਪ੍ਰਾਈਵੇਟ ਸਕੂਲ ਮਾਫੀਆ ਨੂੰ ਨੱਥ ਪਾਉਣੀ ਪੈਣੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਗੁੜਾ ਸਾਹਿਬ। ਬਹੁਤ ਬਹੁਤ ਧੰਨਵਾਦ ਜੀ। ਇਹਨੇ ਮਾਨਯੋਗ ਜਰਨੈਲ ਨੰਗਲ ਜੀ, ਲੋਕ ਇਨਸਾਫ ਪਾਰਟੀ ਦੇ ਸੂਬਾ ਪ੍ਰਧਾਨ ਨੇ SC ਵਿੰਗ ਦੁਆਬਾ ਦੇ। ਮੈਂ ਆਸ ਕਰਦਾ ਸਾਡਾ ਮਕਸਦ ਵੀ ਇਹ ਨਹੀਂ ਹੈ ਕਿ ਜਰਨੈਲ ਨੰਗਲ ਜੀ ਇੱਥੇ ਬੈਠੇ ਨੇ ਧਰਨਾ ਦਿਖਾ ਦਈਏ। ਸਾਡਾ ਮੇਨ ਮਕਸਦ ਇਹ ਹੈ, ਇਲੈਕਸ਼ਨ ਬਿਲਕੁਲ ਨੇੜੇ ਆ ਰਹੀ ਹੈ, 5-6 ਮਹੀਨੇ ਬਾਕੀ ਨੇ। ਇਹ ਜਰਨੈਲ ਨੰਗਲ ਜੀ ਨੇ ਜਿਹੜੀਆਂ ਗੱਲਾਂ ਅੱਜ ਤੁਹਾਡੇ ਨਾਲ ਕਾਂਚੀ TV ਦੇ ਮਾਧਿਅਮ ਰਾਹੀਂ ਕੀਤੀਆਂ, ਮੈਨੂੰ ਆਸ ਹੈ ਕਿ ਤੁਹਾਡੇ ਦਰ ਤੇ ਆਏ ਜਿਹੜੇ ਵੀ ਆਪਣੇ ਵਿਧਾਇਕ ਬਣਨ ਦੇ ਚਾਹਵਾਨ ਜਿਹੜੇ ਉਮੀਦਵਾਰ ਹੋਣਗੇ, ਤੁਸੀਂ ਉਹ ਇਹ ਗੱਲਾਂ ਉਹਨਾਂ ਨਾਲ ਵੀ ਕਰੋਗੇ। ਇਸ ਕਰਕੇ ਸਾਡਾ ਮਕਸਦ ਇਹ ਤੁਹਾਡੇ ਤੱਕ ਪਹੁੰਚਾਉਣ ਦਾ ਹੈ, ਔਰ ਤੁਹਾਡੀ ਜਿਹੜੀ ਲੁੱਟ ਹੋ ਰਹੀ ਹੈ ਉਹ ਤੁਹਾਨੂੰ ਯਾਦ ਕਰਾਉਣ ਦਾ ਹੈ ਕਿ ਤੁਹਾਡੀ ਲੁੱਟ ਹੋ ਰਹੀ ਹੈ, ਕੌਣ ਕਰ ਰਿਹਾ, ਸਵਾਲ ਖੜੇ ਕਰੋਗੇ, ਮੈਨੂੰ ਆਸ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੁਸੀਂ ਦੇਖਦੇ ਰਹੋ ਕਾਂਚੀ TV। ਜੈ ਗੁਰਦੇਵ, जय भीम। तख्त बदल दो, ताज बदल दो, अभी तो लिए लड़ाई है, आगे और लड़ाई है, अभी तो लिए लड़ाई है, आगे और लड़ाई है। प्राइवेट स्कूल लुट माफिया मुर्दाबाद, मुर्दाबाद, मुर्दाबाद। प्राइवेट स्कूल लुट माफिया मुर्दाबाद, मुर्दाबाद।
किताबों में लुटना बंद करो, किताबों में लुटना बंद करो, किताबों में लुटना बंद करो, दाखिला फीसां दे नाम ते लुटना बंद करो, पंजाब सरकार मुर्दाबाद, पंजाब सरकार मुर्दाबाद, हुशियारपुर मैंबर पार्लियामेंट मुर्दाबाद, फगवाड़ा MLA मुर्दाबाद, पंजाब फगवाड़ा प्रशासन मुर्दाबाद, ADC फगवाड़ा, प्राइवेट स्कूल लुट माफिया मुर्दाबाद, वर्दियां में लुटना बंद करो, वर्दियां में लुटना बंद करो, किताबों में लुटना बंद करो, दाखिला फीसां दे नाम ते लुटना बंद करो, दाखिला फीसां दे नाम ते लुटना बंद करो, प्राइवेट स्कूल दाखिला फीसां दे नाम ते लुटना बंद करो, किताबों में लुटना बंद करो, नहीं तो कुर्सी खाली करो, सालाना फंडा दे नाम ते लुटना बंद करो, सालाना फंडा दे नाम ते लुटना बंद करो, अभी चली लड़ाई है, अभी चली लड़ाई है, निकलो बाहर मकानों से, निकलो बाहर मकानों से, तख्त बदल दो, ताज बदल दो, प्राइवेट स्कूल लुट माफिया मुर्दाबाद, प्राइवेट स्कूल लुट माफिया मुर्दाबाद, वर्दियां में लुटना बंद करो, वर्दियां में लुटना बंद करो, सालाना फंडा के नाम से लुटना बंद करो, किताबों में लुटना बंद करो, तख्त बदल दो, ताज बदल दो, अभी चली लड़ाई है, अभी चली लड़ाई है, प्राइवेट स्कूल लुट माफिया मुर्दाबाद, प्राइवेट स्कूल लुट माफिया मुर्दाबाद, किताबों में लुटना बंद करो, किताबों में लुटना बंद करो, किताबों में लुटना बंद करो, दाखिला फीसां दे नाम ते लुटना बंद करो, पंजाब सरकार मुर्दाबाद, पंजाब सरकार मुर्दाबाद, हुशियारपुर मैंबर पार्लियामेंट मुर्दाबाद, फगवाड़ा MLA मुर्दाबाद, पंजाब फगवाड़ा प्रशासन मुर्दाबाद, ADC फगवाड़ा प्रशासन मुर्दाबाद, फगवाड़ा प्रशासन मुर्दाबाद, फगवाड़ा प्रशासन मुर्दाबाद, शिक्षा मंत्री हाय हाय, शिक्षा मंत्री हाय हाय, पंजाब सरकार मुर्दाबाद, फगवाड़ा MLA हाय हाय, फगवाड़ा MLA हाय हाय, MP हुशियारपुर हाय हाय, पंजाब सरकार मुर्दाबाद, प्राइवेट स्कूल लुट माफिया मुर्दाबाद, प्राइवेट स्कूल लुट माफिया मुर्दाबाद, तख्त बदल दो, ताज बदल दो, तख्त बदल दो, ताज बदल दो, अभी चली लड़ाई है, तख्त बदल दो, ताज बदल दो, अभी चली लड़ाई है, अभी चली लड़ाई है, प्राइवेट स्कूल लुट माफिया मुर्दाबाद, प्राइवेट स्कूल लुट माफिया मुर्दाबाद, किताबों में लुटना बंद करो, किताबों में लुटना बंद करो, किताबों में लुटना बंद करो, दाखिला फीसां दे नाम ते लुटना बंद करो, पंजाब सरकार मुर्दाबाद, पंजाब सरकार मुर्दाबाद, हुशियारपुर मैंबर पार्लियामेंट मुर्दाबाद, फगवाड़ा MLA मुर्दाबाद, पंजाब फगवाड़ा प्रशासन मुर्दाबाद, ADC फगवाड़ा हाय हाय, फगवाड़ा MLA हाय हाय, MP हुशियारपुर हाय हाय, पंजाब सरकार
मुर्दाबाद प्राइवेट स्कूल लुट माफिया मुर्दाबाद प्राइवेट स्कूल लुट माफिया मुर्दाबाद तख्त बदल दो ताज बदल दो तख्त बदल दो ताज बदल दो अभी तो लिए लड़ाई है अभी तो लिए लड़ाई है तख्त बदल दो ताज बदल दो निकलो बाहर मकानों से निकलो बाहर मकानों से तख्त बदल दो ताज बदल दो प्राइवेट स्कूल लुट माफिया मुर्दाबाद प्राइवेट स्कूल लुट माफिया मुर्दाबाद प्राइवेट स्कूल लुट माफिया मुर्दाबाद वर्दियों में लुटना बंद करो वर्दियों में लुटना बंद करो वर्दियों में लुटना बंद करो किताबों में लुटना बंद करो दाखला फीसा के नाम से लुटना बंद करो पंजाब सरकार मुर्दाबाद पंजाब सरकार मुर्दाबाद हुशियारपुर मैंबर पार्लियामेंट मुर्दाबाद फगवाड़ा MLA मुर्दाबाद पंजाब फगवाड़ा प्रशासन मुर्दाबाद ADC फगवाड़ा मुर्दाबाद प्राइवेट स्कूल लुट माफिया मुर्दाबाद प्राइवेट स्कूल लुट माफिया मुर्दाबाद तख्त बदल दो ताज बदल दो अभी तो लिए लड़ाई है अभी तो लिए लड़ाई है प्राइवेट स्कूल लुट माफिया मुर्दाबाद प्राइवेट स्कूल लुट माफिया मुर्दाबाद किताबों में लुटना बंद करो किताबों में लुटना बंद करो किताबों में लुटना बंद करो दाखला फीसा के नाम से लुटना बंद करो पंजाब सरकार मुर्दाबाद पंजाब सरकार मुर्दाबाद हुशियारपुर मैंबर पार्लियामेंट मुर्दाबाद फगवाड़ा MLA मुर्दाबाद पंजाब फगवाड़ा प्रशासन मुर्दाबाद ADC फगवाड़ा वर्दियों में लुटना बंद करो वर्दियों में लुटना बंद करो किताबों में लुटना बंद करो दाखला फीसा के नाम से लुटना बंद करो दाखला फीसा के नाम से लुटना बंद कानों से तख्त बदल दो ताज बदल दो तख्त बदल दो ताज बदल दो अभी तो लिए लड़ाई है अभी तो लिए लड़ाई है प्राइवेट स्कूल लुट माफिया मुर्दाबाद प्राइवेट स्कूल लुट माफिया मुर्दाबाद किताबों में लुटना बंद करो किताबों में लुटना बंद करो किताबों में लुटना बंद करो वर्दियों में लुटना बंद करो शिक्षा मंत्री हाय हाय शिक्षा मंत्री हाय हाय पंजाब सरकार मुर्दाबाद माफिया मुर्दाबाद हर साल दाखला फीस के नाम से लुटना बंद करो हर साल दाखला फीस के नाम से लुटना बंद करो किताबों में लुटना बंद करो किताबों में लुटना बंद करो प्राइवेट स्कूलों के हत्थों की कठपुतली सिक्ख्या विभाग मुर्दाबाद प्राइवेट स्कूलों के हत्थों की कठपुतली सिक्ख्या विभाग मुर्दाबाद सालाना फंड के नाम पे लुटना बंद करो निकलो बाहर मकानों से तख्त बदल दो ताज बदल दो ਇਤਿਹਾਸ ਇਸ ਗੱਲ ਦਾ ਗਵਾਹ ਆ ਵੀ ਸਰਕਾਰਾਂ ਨੇ ਜਦ ਵੀ ਵੱਡੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਕੋਈ ਚੰਗੇ ਫੈਸਲੇ ਲਏ ਹੈਗੇ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਚੰਗੇ ਫੈਸਲੇ ਆ ਉਸ ਵੇਲੇ ਦੇਸ਼ ਦਾ ਸਤਿਆਨਾਸ਼ ਹੋਇਆ। ਇਹਨਾਂ ਨੇ ਜਦੋਂ ਸਕੂਲਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦਾ ਉਪਰਾਲਾ ਸ਼ੁਰੂ ਕੀਤਾ ਉਸ ਵੇਲੇ ਲੋਕਾਂ ਨੂੰ ਲਾਲਚ ਕਿਸ ਚੀਜ਼ ਦਾ ਦਿੱਤਾ ਸੀ। ਉਸ ਵੇਲੇ ਇਹਨਾਂ ਨੇ ਲੋਕਾਂ ਨੂੰ ਕਿਹਾ ਸੀ ਵੀ ਅਸੀਂ ਤੁਹਾਨੂੰ ਜਿਹੜੀ ਸਿੱਖਿਆ ਆ ਬਹੁਤ ਉੱਚੇ ਪੱਧਰ ਦੀ ਦੇਵਾਂਗੇ ਔਰ ਸਰਕਾਰੀ ਜਿਹੜਾ ਤੰਤਰ ਆ ਸਰਕਾਰੀ ਸਕੂਲ ਜਿਹੜੇ ਹੈਗੇ ਆ ਉਹ ਫੇਲ ਹੋ ਗਏ। ਪ੍ਰਾਈਵੇਟ ਸਕੂਲ ਲੁੱਟ ਮਾਫੀਆ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਉੱਥੇ ਬੱਚਿਆਂ ਨੂੰ ਪੜਾਉਣ ਵਾਸਤੇ ਸੱਦਿਆ ਨਹੀਂ ਜਾ ਰਿਹਾ, ਉੱਥੇ ਤਾਂ ਨਿਆਣੇ ਜਾਂਦੇ ਆ ਕੌਲੀਆਂ ਚਮਚੇ ਖੜਕਾਉਂਦੇ ਆ
ਤੇ ਖੜਕਾ ਕੇ ਵਾਪਸ ਆ ਜਾਂਦੇ ਆ। ਅੱਜ ਹਾਲਾਤ ਕੀ ਹੋ ਗਏ ਆ? ਅੱਜ ਪੱਠਾ ਬਹਿ ਗਿਆ। ਅੱਜ ਪ੍ਰਾਈਵੇਟ ਕੰਪਨੀਆਂ ਜਿੰਨੀਆਂ ਹੈਗੀਆਂ, ਚਾਹੇ ਉਹ ਦੇਸੀ ਤੇ ਚਾਹੇ ਵਿਦੇਸ਼ੀ, ਉਹਨਾਂ ਨੇ ਕਬਜ਼ਾ ਕਰ ਲਿਆ। ਜਿੱਦਣ ਇਹਨਾਂ ਨੇ ਬਿਜਲੀ ਪ੍ਰਾਈਵੇਟ ਕੀਤੀ ਸੀ ਉਦੋਂ ਵੀ ਇਹਨਾਂ ਨੇ ਇਹ ਗੱਲ ਕਹੀ ਸੀ। ਅੱਜ ਦੇਖੋ ਤਾਂ ਜਿਹੜੇ ਤੁਹਾਡੇ ਡਿਜੀਟਲ ਮੀਟਰ ਲੱਗੇ ਹੋਏ ਆ ਨਾ, ਉਹ ਡਿਜੀਟਲ ਮੀਟਰ ਤੁਹਾਡਾ ਜਲੂਸ ਕੱਢਣ ਡਏ ਆ। ਇਹਨਾਂ ਦੀ ਜਿਹੜੀ ਇਹ ਧੱਕੇਸ਼ਾਹੀ ਆ, ਉਹਦੇ ਖਿਲਾਫ ਅਸੀਂ ਇੱਥੇ ਬੈਠੇ ਆ। हमारा प्रशासन मुर्दाबाद मुर्दाबाद मुर्दाबाद। शिक्षा मंत्री हाय हाय। ਜਿਹੜੇ ਜਵਾਬ ਇਹਨਾਂ ਨੇ ਸਾਨੂੰ ਦਿੱਤੇ ਆ, ਅੱਜ ਇਹ ਆਪਣੇ ਜਵਾਬਾਂ ਦੇ ਵਿੱਚ ਫਸੇ ਹੋਏ ਆ। ਸਰਕਾਰੀ ਦਫ਼ਤਰਾਂ ਦਾ ਟਾਈਮ ਜਿਹੜਾ 8 ਤੋਂ 2 ਕਰ ਦਿੱਤਾ, ਬਈ 5 ਵਜੇ ਤੱਕ ਨਹੀਂ 3 ਘੰਟੇ ਬਿਜਲੀ ਬਚਾ ਲਓ। ਮੈਂ ਕਹਿੰਦਾ 8 ਤੋਂ 2 ਵੀ ਛੱਡੋ, ਜਦ ਨਹੀਂ ਡੱਕਾ ਹੀ ਨਹੀਂ ਤੋੜਨਾ, ਜਦ ਨਹੀਂ ਕਰਨਾ ਹੀ ਕੱਖ ਨਹੀਂ, ਤਾਂ 8 ਤੋਂ 2 ਵਾਲਾ ਵੀ ਬੰਦ ਕਰ ਦਿਓ। पंजाब सरकार मुर्दाबाद मुर्दाबाद मुर्दाबाद। प्राइवेट स्कूल लुੱਟ माफिया मुर्दाबाद मुर्दाबाद मुर्दाबाद। ਜਿਸ ਲੋਕ ਸਭਾ ਹਲਕੇ ਦਾ ਮੈਂਬਰ ਪਾਰਲੀਮੈਂਟ ਹੋਵੇ, ਉਹਨੂੰ ਚਿੰਤਾ ਹੁੰਦੀ ਆ ਮੇਰੇ ਹਲਕੇ ਦੇ ਲੋਕ ਤਰਾ ਕਰ ਰਹੇ ਵੇ ਦਰੀਆਂ ਤੇ ਬੈਠੇ ਆ, ਵੀ ਮੈਂ ਜਾ ਕੇ ਪੁੱਛਾਂ। ਤੁਹਾਡੇ ਦੁੱਖ ਦੀ ਗੱਲ ਪੁੱਛਣ ਦੀ ਕੋਸ਼ਿਸ਼ ਕੀਤੀ, ਆਇਆ ਤੁਹਾਡੇ ਕੋਲ ਦੋਨਾਂ ਚੋਂ ਕੋਈ? ਪੰਜਾਬੀ ਦੀ ਇੱਕ ਕਹਾਵਤ ਆ, ਉਹ ਕਹਿੰਦੀ ਡੁੱਬੀ ਤਾਂ ਜੇ ਸਾਹ ਨਾ ਆਇਆ, ਤਦੇ ਤਾਂ ਡੁੱਬੇ ਆ। ਗੁੰਗੇ ਬੋਲੇ ਅੰਨੇ ਨਾ ਚੁਣ ਕੇ ਜਾਂਦੇ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ, ਤਾਂ ਫਿਰ ਸਾਨੂੰ ਇੱਥੇ ਦਰੀ ਤੇ ਬੈਠਣ ਦੀ ਲੋੜ ਹੀ ਨਾ ਸੀ। ਅੱਜ ਪੋਲੀਟੀਕਲ ਰਿਜ਼ਰਵੇਸ਼ਨ ਖਤਮ ਹੋ ਜਵੇ ਤਾਂ ਸੋਮ ਪ੍ਰਕਾਸ਼ ਨੂੰ ਕਿਸੇ ਨੇ ਨਹੀਂ ਪੁੱਛਣਾ। ਇਹ ਰਬੜ ਦੀਆਂ ਮੋਹਰਾਂ ਜਿਹੜੀਆਂ ਉਹਨਾਂ ਦੇ ਹੱਥ ਵਿੱਚ ਆਈਆਂ ਹੋਈਆਂ ਆ, ਉਹਨਾਂ ਨੂੰ ਚਾਹੀਦੇ ਗੁੰਗੇ ਬੋਲੇ ਤੇ ਅੰਨੇ ਆ। ਇੱਥੇ ਡਰਾਇੰਗ ਵਾਲਾ ਇੰਗਲਿਸ਼ ਪੜ੍ਹਾਈ ਜਾਂਦਾ, ਹਿੰਦੀ ਵਾਲਾ ਮੈਥ ਪੜ੍ਹਾਈ ਜਾਂਦਾ, ਪੰਜਾਬੀ ਵਾਲਾ ਸਾਇੰਸ ਪੜ੍ਹਾਈ ਜਾਂਦਾ, ਉੱਥੇ ਪਤਾ ਹੀ ਨਹੀਂ ਲੱਗਦਾ। ਬੱਚਾ ਸਾਡਾ 1 ਸਾਲ ਪੜ੍ਹਿਆ, ਅਗਲੀ ਕਲਾਸ ਦੇ ਵਿੱਚ ਪ੍ਰਮੋਟ ਹੋ ਗਿਆ। ਸਕੂਲ ਕਹਿੰਦਾ ਸਾਨੂੰ ਰੀਐਡਮਿਸ਼ਨ ਦਿਓ। ਅਸੀਂ ਇਹਨਾਂ ਨੂੰ ਸਵਾਲ ਕਰਦੇ ਹਾਂ ਕਿ ਬੱਚੇ ਨੇ ਕਲਾਸ ਬਦਲੀ ਆ, ਸਕੂਲ ਤਾਂ ਬਦਲਿਆ ਨਹੀਂ। ਇਹ ਕਹਿੰਦੇ ਆ ਬਿਲਡਿੰਗ ਫੰਡ ਦਿਓ, ਅਸੀਂ ਕਹਿੰਦੇ ਆ ਵੀ ਤੁਹਾਨੂੰ ਟਿਊਸ਼ਨ ਫੀਸ ਦੇ ਰਹੇ ਆ। ਬਿਲਡਿੰਗ ਬਣਾਉਣਾ ਜ਼ਿੰਮੇਵਾਰੀ ਸਕੂਲ ਦੀ ਆ, ਸਾਡਾ ਕਿਹੜਾ ਸਕੂਲ ਦੀ ਬਿਲਡਿੰਗ ਦੇ ਵਿੱਚ ਹਿੱਸਾ ਆ। 3 ਲੱਖ ਕਰੋੜ ਦਾ ਕਰਜ਼ਾ, ਜਿਹੜੀ ਪੰਜਾਬ ਦੀ ਪਾਪੂਲੇਸ਼ਨ ਆ ਉਹ ਕਿੰਨੀ ਆ ਜੀ? 3 ਕਰੋੜ, ਔਰ ਕਰਜ਼ਾ 3 ਲੱਖ ਕਰੋੜ। प्राइवेट स्कूल लुੱਟ माफिया मुर्दाबाद मुर्दाबाद मुर्दाबाद। निकलो बाहर मकानों से, बंद करो बेईमानों से। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ। ਕਾਂਚੀ ਟੀਵੀ ਨਾਲ ਹੀ ਦਬਾਓ ਘੰਟੀ ਦਾ ਬਟਨ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ। ਕਾਂਚੀ ਟੀਵੀ ਨਾਲ ਹੀ ਦਬਾਓ ਘੰਟੀ ਦਾ ਬਟਨ।